ਧੰਨ ਵਾਹਿਗੁਰੂ ਸਾਹਿਬ ਜੀ। ਮੇਰੇ ਹੀਰੇ ਰਤਨ ਨਾਮ ਹਰ ਵਸਿਆ, ਗੁਰ ਹਾਥ ਧਰਿਓ ਮੇਰੇ ਮਾਥਾ। ਜਨਮ ਜਨਮ ਕੇ ਕਿਲ ਬਿਖ ਦੁਖ ਕਾਟੇ, ਗੁਰ ਨਾਮ ਦਿਓ ਰਿਨ ਲਾਥਾ। ਜਨਮ ਜਨਮ ਕੇ ਕਿਲ ਬਿਖ ਦੁਖ ਉਤਰੇ, ਗੁਰ ਨਾਮ ਦਿਓ ਰਿਨ ਲਾਥਾ। ਜਾਗਦੀ ਜੋਤ ਸ਼ਬਦ ਗੁਰੂ ਬਾਣੀ ਕੇ ਬੋਹਿਤ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਵਿੱਚ ਸਵਾਈਮਾਨ ਹੋਏ ਬੈਠੇ ਸਤਸੰਗੀ ਜਨੋ, ਸਤਿਗੁਰਾਂ ਨੇ ਤਰਸ ਕੀਤਾ ਹੈ। ਗੁਰੂ ਗੋਦ ਗੁਰੂ ਹਜ਼ੂਰੀ ਵਿੱਚ ਜੁੜ ਬੈਠਣ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਅਸਥਾਨ 'ਤੇ ਆਨੰਦ ਸਾਹਿਬ ਬਾਣੀ ਦੀ ਲੜੀਵਾਰ ਵਿਚਾਰ ਚੱਲ ਰਹੀ ਹੈ। ਦਾਸ ਨੇ ਉਹ ਵਿਚਾਰ ਕਰਨੀ ਸੀ। ਸੰਗਤ ਦਾ ਹੁਕਮ ਹੋਇਆ ਕਿ ਕੱਲ੍ਹ ਜਿਹੜੀ ਲੜੀ ਵਿੱਚ ਛੱਡ ਦਿੱਤੀ ਸੀ ਗੁਰੂ ਰਾਮਦਾਸ ਜੀ ਦੀ, ਉਹਨੂੰ ਪੂਰੀ ਕਰ ਦਿਓ। ਸੋ ਕਿਉਂਕਿ ਉਤਨਾ ਹੀ ਵਕਤ ਹੁੰਦਾ ਹੈ, ਲੜੀਵਾਰ ਵਿਚਾਰ ਕਰਾਂਗੇ ਤੇ ਉਹ ਲੜੀ ਪੂਰੀ ਨਹੀਂ ਹੋਣੀ। ਤੇ ਜੇ ਲੜੀ ਨੂੰ ਆਪਾਂ ਆਨੰਦ ਸਾਹਿਬ ਵਾਲੀ ਨੂੰ ਤੋੜਦੇ ਹਾਂ ਤੇ ਉਸ ਵਿਚਾਰ ਰਹਿ ਜਾਏਗੀ। ਇਸ ਕਰਕੇ ਅੱਜ ਆਪਾਂ ਗੁਰੂ ਰਾਮਦਾਸ ਮਹਾਰਾਜ ਜੀ ਦੀ ਜੋ ਲੜੀ ਕੱਲ੍ਹ ਆਪਾਂ ਗੁਰੂ ਰਾਮਦਾਸ ਜੀ ਦਾ ਵਿਆਹ ਹੋਇਆ ਬੀਬੀ ਭਾਣੀ ਜੀ ਦੇ ਨਾਲ, ਉਹਨਾਂ ਨੂੰ 3 ਗੁਣ ਰੱਬੀ ਦਾਤਾਂ ਗੁਰੂ ਅਮਰਦਾਸ ਜੀ ਬਖਸ਼ ਰਹੇ ਨੇ, ਉੱਥੇ ਤੱਕ ਆਪਾਂ ਇਹ ਵਿਚਾਰ ਸਰਵਣ ਕੀਤੀ ਸੀ। ਵੀਰ ਸਰਬਜੀਤ ਸਿੰਘ ਹੁਣਾਂ ਨੇ ਕਿਹਾ ਕਿ ਬੜਾ ਮਨ ਹੈ ਕਿ ਜੇ ਉਹੀ ਵਿਚਾਰ ਅੱਗੇ ਕਰ ਦਿਓ ਤੇ ਚੰਗਾ ਹੋਏਗਾ, ਸਾਨੂੰ ਵੀ ਇਤਿਹਾਸ ਦਾ ਗਿਆਨ ਹੋ ਜਾਏਗਾ, ਨਾਲ ਹੀ ਗੁਰੂ ਸਾਹਿਬ ਨੇ ਕਿਵੇਂ ਆਪਣੇ ਜੀਵਨ ਨੂੰ ਸਿੱਖੀ ਵਿੱਚ ਪਰਿਪੱਕ ਕੀਤਾ ਹੈ ਇਹ ਵੀ ਸਾਨੂੰ ਸਮਝ ਆ ਜਾਏਗੀ। ਆਓ ਲੜੀਵਾਰ ਵਿਚਾਰ ਵਿੱਚ ਆਪਾਂ ਪਹੁੰਚੇ ਸੀ। ਗੁਰੂ ਅਮਰਦਾਸ ਮਹਾਰਾਜ ਨੇ ਆਪਣੀ ਪੁੱਤਰੀ ਬੀਬੀ ਭਾਣੀ ਦੇ ਆਨੰਦ ਕਾਰਜ ਕੀਤੇ ਨੇ। ਉਸ ਤੋਂ ਬਾਅਦ ਅਗਲਾ ਇਤਿਹਾਸ ਕੀ ਹੈ ਤੁਹਾਡੇ ਨਾਲ ਸਾਂਝਾ ਕਰਾਂਗੇ। ਮਨੋਵਿਰਤੀਆਂ ਇਕਾਗਰ ਕਰੋ, ਪ੍ਰੇਮ ਸਹਿਤ ਗੁਰਫਤਿਹ ਦੀ ਸਾਂਝ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰਾਮਦਾਸ ਮਹਾਰਾਜ ਦਾ ਜੀਵਨ ਬੜਾ ਨਿਮਰਤਾ ਵਾਲਾ ਜੀਵਨ ਹੈ। ਜਦੋਂ ਉਹਨਾਂ ਦੇ ਅਸੀਂ ਜੀਵਨ ਨੂੰ ਦੇਖਦੇ ਹਾਂ, ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਇਸ ਵਿਚਾਰਧਾਰਾ ਨੂੰ ਹਮੇਸ਼ਾ ਯਾਦ ਰੱਖਿਆ ਤੇ ਰਹਿੰਦੀ ਦੁਨੀਆ ਤੱਕ ਹਰ ਇੱਕ ਪ੍ਰਾਣੀ ਨੂੰ ਸਤਿਗੁਰੂ ਯਾਦ ਕਰਾਉਂਦੇ ਰਹਿਣਗੇ। ਕਿਹੜੀ ਵਿਚਾਰਧਾਰਾ? ਜਿਨ੍ਹਾਂ ਹਾਲਾਤਾਂ ਵਿੱਚੋਂ ਅਸੀਂ ਗੁਜ਼ਰੇ ਹਾਂ ਉਹ ਹਾਲਾਤ ਸਾਨੂੰ ਕਦੇ ਭੁੱਲਣੇ ਨਹੀਂ ਚਾਹੀਦੇ। ਉਹ ਹਮੇਸ਼ਾ ਬੰਦੇ ਨੂੰ ਯਾਦ ਰਹਿਣਗੇ। ਬੰਦਾ ਜਿਤਨਾ ਮਰਜ਼ੀ ਅੱਗੇ ਲੰਘ ਜਾਏ ਪਰ ਉਹ ਕਦੀ ਵੀ ਜੀਵਨ 'ਚ
ਅਹੰਕਾਰ ਨਹੀਂ ਕਰੇਗਾ, ਨਿਮਰਤਾ 'ਚ ਰਹੇਗਾ। ਉਹਨਾਂ ਦੀ ਇਹ ਨਿਮਰਤਾ ਸੀ, ਉਹਨਾਂ ਦੀ ਇਹ ਭਾਵਨਾ ਸੀ। ਉਹਨਾਂ ਨੇ ਆਪਣੇ ਆਪ ਨੂੰ ਗੁਰੂ ਹੁਕਮਾਂ ਦੇ ਅੰਦਰ ਇਤਨਾ ਕੁ ਪਰਪੱਕ ਕਰ ਲਿਆ ਕਿ ਗੁਰੂ ਪਿਤਾ ਜੀ ਨੇ ਆਪਣੀ ਧੀ ਦੇ ਆਨੰਦ ਕਾਰਜ ਗੁਰੂ ਰਾਮਦਾਸ ਮਹਾਰਾਜ ਜੀ ਨਾਲ ਕੀਤੇ। ਜਿਹੜੇ ਗੁਣਾਂ ਦੀ ਗੱਲ ਕੱਲ੍ਹ ਦਾਸ ਕਰ ਰਿਹਾ ਸੀ ਕਿ 3 ਗੱਲਾਂ ਆਖੀਆਂ ਬੀਬੀ ਭਾਣੀ ਨੂੰ, ਪਰ ਇਹ ਕਮਾਈਆਂ ਦੋਵੇਂ ਜੀਆਂ ਨੇ, ਕਿਉਂਕਿ ਜਿਹੜੀ ਗੁਰਬਾਣੀ ਦਾ ਉਪਦੇਸ਼ ਹੈ ਉਹ ਇਸਤਰੀ ਵਾਸਤੇ ਨਹੀਂ ਹੈ, ਸਗੋਂ ਮਰਦ ਤੇ ਇਸਤਰੀ ਗੁਰਮਤਿ ਵਿੱਚ ਦੋਨੋਂ ਹੀ ਇਸਤਰੀਆਂ ਨੇ। ਕਿਉਂਕਿ ਇਸ ਜਗ ਮੈਂ ਪੁਰਖ ਏਕ ਹੈ, ਹੋਰ ਸਗਲੀ ਨਾਰ ਸਵਾਈ। ਪੁਰਖ ਕੇਵਲ ਅਕਾਲ ਪੁਰਖ ਵਾਹਿਗੁਰੂ ਹੈ, ਅਸੀਂ ਸਾਰੀਆਂ ਅਕਾਲ ਪੁਰਖ ਦੀਆਂ ਇਸਤਰੀਆਂ ਹਾਂ। ਇਸ ਜਗਤ ਦੇ ਵਿੱਚ ਇੱਕੋ ਹੀ ਪੁਰਖ ਹੈ, ਉਹ ਅਕਾਲ ਪੁਰਖ। ਬਾਕੀ ਤਾਂ ਅਸੀਂ ਪਰਮਾਤਮਾ ਦੀਆਂ ਜੀਵ ਇਸਤਰੀਆਂ ਹਾਂ। ਠੀਕ ਹੈ, ਪਰਮਾਤਮਾ ਨੇ ਆਪਣੀ ਕੁਦਰਤ ਦੀ ਰਚਨਾ ਲਈ ਮਰਦ ਤੇ ਇਸਤਰੀ ਦਾ ਰੂਪ ਬਣਾਇਆ, ਪਰ ਜਦੋਂ ਆਪਾਂ ਗੱਲ ਕਰਾਂਗੇ ਤੇ ਫਿਰ ਆਪਾਂ ਸਾਰੀਆਂ ਇਸਤਰੀਆਂ ਨੇ ਪਰਮਾਤਮਾ ਦੀਆਂ, ਤੇ ਉਹ ਅਕਾਲ ਪੁਰਖ ਵਾਹਿਗੁਰੂ ਸਾਡਾ ਸਭਨਾਂ ਦਾ ਸਾਂਝਾ ਖਸਮ ਹੈ, ਅਕਾਲ ਪੁਰਖ ਵਾਹਿਗੁਰੂ। ਤੇ ਗੁਰੂ ਪਿਤਾ ਜੀ ਨੇ ਜਦੋਂ ਉਹ ਉਪਦੇਸ਼ ਸੁਣਿਆ ਤੇ ਦੋਵੇਂ ਜੀਵਾਂ ਨੇ ਇਸ ਉਪਦੇਸ਼ ਨੂੰ ਆਪਣੇ ਪੱਲੇ ਬੰਨ ਲਿਆ। ਕਿਹੜਾ ਉਪਦੇਸ਼? ਸ਼ਾਇਦ ਕੱਲ੍ਹ ਦਾ ਯਾਦ ਹੋਏਗਾ, ਇੱਕ ਵਾਰੀ ਫਿਰ ਦੱਸ ਦਿੰਦਾ, ਕਿਉਂਕਿ ਭੁੱਲ ਬੜੀ ਛੇਤੀ ਜਾਂਦਾ ਸਾਨੂੰ। ਮੈਨੂੰ ਵੀ ਭੁੱਲ ਗਿਆ ਸੀ, ਮੈਂ ਵੀ ਹੁਣ ਯਾਦ ਕਰਕੇ ਆਇਆ ਵੀ ਕੱਲ੍ਹ ਮੈਂ ਕੀ ਸੁਣਾਇਆ ਸੀ। ਇਹ ਤੁਹਾਡੀ ਗਲਤੀ ਨਹੀਂ, ਇਹ ਸਭ ਦੇ ਨਾਲ ਹੀ ਹੈ। ਕਿਉਂਕਿ ਜਦੋਂ ਵੀਰ ਜੀ ਨੇ ਆਖਿਆ ਵੀ ਚੰਗਾ ਹੋਵੇ ਤੇ ਕੱਲ੍ਹ ਦੀ ਲੜੀ ਅੱਗੇ ਸ਼ੁਰੂ ਕਰ ਦਿਓ, ਫਿਰ ਮੈਂ ਵੀ ਸੋਚਿਆ ਵੀ ਜਿਹੜਾ ਗੁਰੂ ਮਹਾਰਾਜ ਨੇ ਕੱਲ੍ਹ ਕੀ ਅਖਵਾਇਆ ਸੀ ਇੱਕ ਵਾਰੀ ਰਿਪੀਟ ਕਰ ਲਵਾਂ। 3 ਗੱਲਾਂ ਗੁਰੂ ਸਾਹਿਬ ਨੇ ਆਖੀਆਂ। ਭਾਵੇਂ ਆਪਣੀ ਬੱਚੀ ਨੂੰ ਸੰਬੋਧਨ ਕਰਕੇ ਆਖਿਆ ਕਿ ਹੇ ਮੇਰੀ ਧੀਏ, ਬੀਬੀ ਭਾਣੀ ਨੂੰ ਕਿਹਾ। ਆਖਣ ਲੱਗੇ ਕਿ ਜੀਵਨ ਵਿੱਚ ਹਰ ਕਦਮ 'ਤੇ ਸਿੱਖ ਕੋਲੋਂ ਗਲਤੀ ਹੁੰਦੀ ਹੈ, ਔਰ ਸਾਨੂੰ ਗੁਰਮਤਿ ਇਹ ਸਿਖਾਉਂਦੀ ਹੈ, ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ। ਅਸੀਂ ਸਾਰੇ ਭੁੱਲਾਂ ਕਰਦੇ ਹਾਂ, ਅਸੀਂ ਸਾਰੇ ਗਲਤੀਆਂ ਕਰਦੇ ਹਾਂ, ਔਰ ਗਲਤੀਆਂ ਦੀ ਜੇ ਗਿਣਤੀ ਕਰੀਏ ਤੇ ਮਾਰ ਕਹਿੰਦੇ ਅਸੀਂ ਖੱਤੇ ਬਹੁਤ ਕਮਾਉਂਦੇ, ਅੰਤ ਨਾ ਪਾਰਾ ਪਾਰ। ਜਦ ਸਤਿਗੁਰ ਆਖਦੇ ਨੇ ਕਿ ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਓਗਣ ਹਮਾਰੇ, ਦਇਆ ਕਰੋ ਕਿਸ ਮਿਹਰ ਉਪਾਵੋ, ਡੁੱਬਦੇ ਪੱਥਰ ਤਾਰੇ। ਜੀੜਾ ਅਗਨ ਬਰਾਬਰ ਤਪੈ, ਭੀਤਰ ਬੱਗੇ ਕਾਤੀ। ਇਹ ਸਾਡੀ ਹਾਲਤ ਹੈ। ਜੀੜਾ ਅਗਨ ਬਰਾਬਰ ਤਪੈ, ਭੀਤਰ ਬੱਗੇ ਕਾਤੀ। ਪ੍ਰਣਵਤ ਨਾਨਕ ਹੁਕਮ ਪਛਾਣੈ, ਸੁਖ ਹੋਵੈ ਦਿਨ ਰਾਤੀ। ਪਹਿਲੀ ਗੱਲ ਆਖੀ ਸੀ ਕਿ ਜੀਵਨ ਨੂੰ ਸੁਖੈਨ ਕਰਨਾ। ਮੈਂ ਅੱਜ ਗੱਲਾਂ ਉਹੀ ਕਰਨੀਆਂ ਨੇ ਜੋ ਸਾਡੇ ਹਰ ਰੋਜ਼ ਦੀ ਜ਼ਿੰਦਗੀ ਵਿੱਚ ਕੰਮ ਆਉਣ। ਇਤਿਹਾਸ ਵਿੱਚੋਂ ਕੱਲ੍ਹ ਆਪਾਂ ਇਤਿਹਾਸ ਸੁਣਾ ਦਿੱਤਾ, ਤੁਹਾਡੇ ਪੱਲੇ ਕੁਛ ਨਾ ਪਿਆ ਤੇ ਸੁਣਾਉਣ ਦਾ ਮੇਰਾ ਵੀ ਕੋਈ ਅਰਥ ਨਾ ਹੋਇਆ ਤੇ ਕੋਈ ਜ਼ਿਆਦਾ ਲਾਭ ਨਹੀਂ ਹੋਇਆ ਕਰਦਾ। ਜਦ ਮੈਂ ਬਹੁਤ ਡੂੰਘੀਆਂ ਗੱਲਾਂ ਕਰ ਜਾਵਾਂ ਇਤਿਹਾਸ ਦੀਆਂ, ਠੀਕ ਹੈ, ਤੁਹਾਡੇ ਵਿੱਚੋਂ ਮੇਰੇ ਨਾਲੋਂ ਜ਼ਿਆਦਾ ਪੜ੍ਹੇ ਲਿਖੇ ਇਤਿਹਾਸ ਨੂੰ ਜਾਣਨ ਵਾਲੇ ਹੋਣਗੇ, ਜਿਨ੍ਹਾਂ ਨੇ ਇਤਿਹਾਸ ਨੂੰ ਪੜ੍ਹਿਆ, ਵਾਚਿਆ, ਸਮਝਿਆ। ਜਿਨ੍ਹਾਂ ਦਾਸ ਨੂੰ ਗੁਰੂ ਨੇ ਕਿਰਪਾ ਕੀਤੀ, ਦਾਸ ਨੇ ਵੀ ਪੜ੍ਹਿਆ। ਗੁਰੂ ਸਾਹਿਬ ਜੀ ਨੇ ਜੀਵਨ ਦੇ ਅੰਦਰ ਗੁਰੂ ਦੀ ਆਖੀ ਹੋਈ ਹਰ ਗੱਲ ਨੂੰ ਕਮਾਇਆ, ਕਿਉਂਕਿ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਬੜੇ ਪਿਆਰੇ ਬਚਨ ਨੇ, ਜਿਸ ਪਿਆਰੇ ਸੋ ਨੇਹ ਤਿਸ ਆਗੇ ਮਰ ਚੱਲੀਐ। ਜਿਸ ਪਿਆਰੇ ਨਾਲ ਨੇਹ ਹੈ ਨਾ, ਨੇਹ ਦਾ ਅਰਥ ਹੈ ਪਿਆਰ, ਨੇਹ ਦਾ ਅਰਥ ਹੈ ਸਨੇਹ। ਨੇਹ ਦਾ ਅਰਥ ਆਪਾਂ ਅਦਬ ਵੀ ਕਰ ਲਈਏ ਤੇ ਕੋਈ ਗਲਤ ਨਹੀਂ, ਕਿਉਂਕਿ ਜਿਸ ਨੂੰ ਪਿਆਰ ਕਰਦੇ ਉਹਦਾ ਆਪਾਂ ਅਦਬ ਕਰਦੇ ਹਾਂ। ਜਿੱਥੇ ਪਿਆਰ ਨਹੀਂ ਉਹਦਾ ਅਦਬ ਵੀ ਨਹੀਂ ਸਾਡੀ ਜ਼ਿੰਦਗੀ 'ਚ। ਮਹਾਰਾਜ ਕਹਿੰਦੇ ਜਿਸ ਪਿਆਰੇ ਸੋ ਨੇਹ ਤਿਸ ਆਗੇ ਮਰ ਚੱਲੀਐ, ਤਰਕ ਜੀਵਨ ਸੰਸਾਰ ਤਾਕੇ ਪਾਛੈ ਜੀਵਨਾ। ਉਹ ਤਰਕਾਰ ਦਾ ਜੀਵਨ ਹੈ ਜੇ ਗੁਰੂ ਦੇ ਦੱਸੇ ਹੋਏ ਵਾਕਾਂ ਨੂੰ, ਬਚਨਾਂ ਨੂੰ
ਨਾ ਮੰਨਦੇ ਹੋਏ ਜੀਵਨ ਜੀਵੀਏ ਤੇ ਸਿੱਖ ਦਾ ਜੀਵਨ ਫਿਟਕਾਰਾਂ ਦੇ ਯੋਗ ਕਿਹਾ ਸਤਿਗੁਰੂ ਜੀ ਨੇ। ਇਸ ਨੂੰ ਤੁਸੀਂ ਰੋਜ਼ ਗੁਰੂ ਰਾਮਦਾਸ ਮਹਾਰਾਜ ਦੇ ਬਚਨਾਂ 'ਚ ਵੀ ਪੜ੍ਹਦੇ ਹੋ, ਜੋ ਹਰ ਰੋਜ਼ ਸਤਿਗੁਰ ਆਖਦੇ ਨੇ, ਜੋ ਸਤਿਗੁਰ ਸਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ। ਉਹ ਤ੍ਰਿਕਾਰ ਦਾ ਜੀਵਨ ਹੈ ਜਿਹੜੇ ਗੁਰੂ ਦੀ ਸੰਗਤ ਵਿੱਚ, ਸੰਗਤ ਦਾ ਅਰਥ ਹੈ ਗੁਰੂ ਦੀ ਸ਼ਰਨ ਵਿੱਚ ਆਉਣਾ, ਗੁਰੂ ਦੇ ਹੁਕਮਾਂ ਵਿੱਚ ਆਉਣਾ। ਜਿਹੜਾ ਗੁਰੂ ਦੇ ਹੁਕਮਾਂ ਵਿੱਚ ਹੀ ਨਹੀਂ ਆਇਆ ਉਹਦਾ ਜੋ ਜੀਵਨ ਜੀਵਿਆ ਉਹ ਵੀ ਤ੍ਰਿਕਾਰ ਦੇ ਯੋਗ, ਜੋ ਜੀ ਰਿਹਾ ਉਹ ਵੀ ਤ੍ਰਿਕਾਰ ਦੇ ਯੋਗ। ਇਹ ਰਾਮਦਾਸ ਮਹਾਰਾਜ ਦੇ ਆਪਣੇ ਬੋਲ ਨੇ। ਪਹਿਲੀ ਗੱਲ ਉਹਨਾਂ ਨੇ ਜਿਹੜੀ ਗੱਲ ਸਮਝਾਈ ਬੀਬੀ ਭਾਨੀ ਨੂੰ, ਮਨ ਦੋਨੋਂ ਰਹੇ ਨੇ, ਕਮਾ ਦੋਵੇਂ ਜੀਵ ਰਹੇ ਨੇ। ਆਖਿਆ ਧੀਏ ਕੱਲ ਕੋਈ ਗਲਤੀ ਹੋਵੇ, ਗਲਤੀ ਕਰਕੇ ਅੜਨਾ ਨਹੀਂ, ਕਿਉਂਕਿ ਅਸੀਂ ਗਲਤੀ ਵੀ ਕਰਦੇ ਹਾਂ ਫਿਰ ਸੀਨਾ ਚੋਰੀ ਵੀ ਕਰਦੇ ਹਾਂ। ਇਹ ਸਾਡੀ ਸਭ ਦੀ ਆਦਤ ਹੈ, ਤਾਂ ਕਿ ਅਸੀਂ ਆਪਣੀ ਲੱਤ ਉੱਤੇ ਰੱਖ ਸਕੀਏ। ਸਾਡਾ ਐਸਾ ਮੰਨਣਾ ਹੈ। ਆਮ ਮਨੁੱਖਤਾ ਦਾ ਸੰਸਾਰ ਦੇ ਵਿੱਚ ਜੀਣ ਦਾ ਨਜ਼ਰੀਆ ਇੱਦਾਂ ਦਾ ਹੈ, ਜੋ ਮੈਂ ਵੀ ਦੇਖ ਰਿਹਾ, ਤੁਸੀਂ ਵੀ ਵੇਖ ਰਹੇ ਹੋ। ਅਸੀਂ ਸਾਡੀ ਸਾਰਿਆਂ ਦੀ ਜ਼ਿੰਦਗੀ 'ਚ ਰੋਜ਼ ਇਹ ਚੀਜ਼ਾਂ ਵਰਤ ਰਹੀਆਂ ਹਨ। ਅਸੀਂ ਅਹਿਸਾਸ ਨਹੀਂ ਕਰਦੇ। ਹਾਂ, ਕਈਆਂ ਸਾਲਾਂ ਬਾਅਦ ਕਈ ਗਲਤੀਆਂ ਦਾ ਅਹਿਸਾਸ ਹੁੰਦਾ ਕਿ ਹਾਂ ਉੱਥੇ ਮੈਂ ਗਲਤ ਸੀ, ਪਰ ਜੇ ਉਸ ਵੇਲੇ ਹੀ ਅਹਿਸਾਸ ਕਰ ਲਈਏ ਤਾਂ ਕਿੰਨਾ ਚੰਗਾ ਹੋਵੇ। ਆਖਿਆ ਦੇਖ ਗਲਤੀ ਹੋਵੇ ਤੇ ਇਹ ਨਹੀਂ ਕਹਿਣਾ ਸਭ ਦੇ ਕੋਲੋਂ ਹੋ ਜਾਂਦੀ ਹੈ, ਹੋ ਗਈ ਤਾਂ ਕੀ ਗੱਲ ਹੈ। ਆਪਣੀ ਧੀ ਨੂੰ ਕਹਿੰਦੇ ਆਖੀ ਆਪਣੇ ਪਤੀ ਨੂੰ, ਕਹਿੰਦੇ ਮੈਂ ਭੁੱਲ ਗਈ ਸਾਂ। ਗਲਤੀ ਹੋਣੀ ਹੈ ਤੇ ਤੂੰ ਇਹ ਅੜੀ ਨਾ, ਸਗੋਂ ਇਹ ਆਖੀ ਮੈਂ ਭੁੱਲ ਗਈ ਸਾਂ। ਮੈਂ ਕਹਿੰਦਾ ਇਹ ਬਚਨ ਹੈ ਤਾਂ ਇੱਕੋ ਹੀ ਅੱਖਰ ਹੈ, ਪਰ ਸਾਰੇ ਪਰਿਵਾਰ ਦੀ ਇਸ ਦੇ ਅੰਦਰ ਖੁਸ਼ਹਾਲੀ ਛੁਪੀ ਹੋਈ ਹੈ। ਕੋਈ ਵੀ ਘਰ ਹੋਵੇ, ਪੁੱਤਰ ਗਲਤੀ ਕਰੇ, ਪਿਓ ਨੂੰ ਕਹੇ ਮੈਂ ਭੁੱਲ ਗਿਆ ਸੀ, ਘਰ ਟੁੱਟਣ ਤੋਂ ਬਚ ਜਾਂਦੇ ਹੈ, ਰਿਸ਼ਤੇ ਖਰਾਬ ਹੋਣ ਤੋਂ ਬਚ ਜਾਂਦੇ ਨੇ। ਪਤੀ ਪਤਨੀ ਨੂੰ ਇੱਕ ਦੂਜੇ ਨੂੰ ਕਹਿਣ ਵੀ ਗਲਤੀ ਹੋ ਗਈ, ਭੁੱਲ ਹੋ ਗਈ, ਤੇ ਇਸ ਤੋਂ ਵੱਡਾ ਮੈਂ ਕਹਿੰਦੇ ਅੱਖਰ ਮੈਨੂੰ ਲੱਗਦਾ ਵੀ ਕੋਈ ਨਹੀਂ। ਸੋਰੀ ਅੱਖਰ ਬਹੁਤ ਵੱਡਾ ਹੈ। ਇੱਕ ਵਾਰ ਉਚਾਰਨ ਕਰੋ ਸਤਨਾਮ। ਗੁਰੂ ਸਾਹਿਬ ਨੇ ਕਿਹਾ ਪਹਿਲੀ ਗੱਲ ਕੋਈ ਗਲਤੀ ਹੋਵੇ, ਭੁੱਲ ਗਈ ਸਾਂ, ਤੇ ਜੀਵਨ ਦੇ ਅੰਦਰ ਤੇਰੇ ਨਾਲ ਸਮਝ ਲੈ ਵੀ ਤੇਰਾ ਪਤੀ ਵੀ ਤੇਰੇ ਨਾਲ ਗਲਤ ਕਰੇ ਤੇ ਅਸੀਂ ਅਮਨ ਨੂੰ ਹੀ ਮਨ ਕਹਿੰਦੇ ਨੇ ਵੀ ਤੇਰਾ ਬੇੜਾ ਗਰਕ ਹੋਵੇ। ਇਹ ਨਹੀਂ ਕਹਿਣਾ। ਪਤਾ ਕੀ ਕਹਿਣਾ? ਮਹਾਰਾਜ ਨੇ ਆਖਿਆ ਭਲਾ ਹੋਵੇ। ਕਿਉਂ ਕਿਹਾ? ਕਿਉਂਕਿ ਭਾਈ ਗੁਰਦਾਸ ਜੀ ਲਿਖਦੇ ਨੇ, ਗੁਰੂ ਅਮਰਦਾਸ ਮਹਾਰਾਜ ਦੇ ਭਤੀਜੇ ਹਨ ਭਾਈ ਗੁਰਦਾਸ ਜੀ। ਉਹ ਲਿਖਦੇ ਨੇ ਕਰ ਭਲਾ ਤੇ ਹੋ ਭਲਾ, ਅੰਤ ਭਲੇ ਕਾ ਭਲਾ, ਕਰ ਬੁਰਾ ਤੇ ਹੋ ਬੁਰਾ, ਅੰਤ ਬੁਰੇ ਕਾ ਬੁਰਾ। ਤੂੰ ਭਲਾ ਕਰੇਂਗਾ, ਅੰਤ ਰੱਬ ਨੇ ਤੇਰਾ ਭਲਾ ਕਰਨਾ। ਤੇ ਬਾਬਾ ਫਰੀਦ ਜੀ ਨੇ ਵੀ ਇਹੀ ਮੈਸੇਜ ਦਿੱਤਾ, ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ, ਦੇਹੀ ਰੋਗ ਨਾ ਲੱਗਈ ਪੱਲੇ, ਸਭ ਕੁਝ ਪਾਏ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਪਰ ਕਾ ਬੁਰਾ ਨਾ ਰਾਖੋ ਚੀਤ, ਤੁਮਕੋ ਦੁੱਖ ਨਹੀਂ ਪਾਈ ਮੀਤ। ਤੈਨੂੰ ਕੋਈ ਦੁੱਖ ਨਹੀਂ ਲੱਗਣਾ, ਤੂੰ ਪਰਾਏ ਦਾ ਬੁਰਾ ਚਿਤਵਨਾ ਛੱਡ ਦੇ ਜੀਵਨ ਵਿੱਚੋਂ। ਦੇਖੋ ਨਾ, ਇਹ ਗੱਲਾਂ ਆਮ ਸਾਡੀ ਜ਼ਿੰਦਗੀ ਰੋਜ਼ ਵਰਤ ਰਹੀਆਂ। ਅਸੀਂ ਕਈ ਵਾਰੀ ਮੁਖ ਤੋਂ ਕੁਛ ਨਹੀਂ ਕਹਿੰਦੇ, ਅੰਦਰੋਂ ਚਿਤ ਵੀ ਜਾਂਦੇ। ਮੇਰੇ ਸਾਹਿਬ ਕਹਿੰਦੇ ਨਹੀਂ ਸਿਖਾ। ਆਪਣੇ ਜੀਵਨ ਵਿੱਚ ਪਹਿਲੀ ਗੱਲ, ਜੋ ਕੋਈ ਗਲਤੀ ਹੋਵੇ ਉਹਨੂੰ ਕਬੂਲ ਕਰ ਲਈ। ਜੇ ਜੀਵਨ ਦੇ ਵਿੱਚ ਕੋਈ ਤੇਰੇ ਨਾਲ ਜਾਤੀ ਕਰੇ, ਤੇਰੇ ਨਾਲ ਮਾੜਾ ਕਰੇ, ਯਾਦ ਰੱਖਣਾ ਕੋਈ ਕਿੰਨਾ ਚਿਰ ਸਾਡੇ ਨਾਲ ਮਾੜਾ ਕਰ ਸਕਦਾ ਹੈ, ਇੱਕ ਦਿਨ ਗੁਰੂ ਸਾਹਿਬ ਆਪ ਕਿਰਪਾ ਕਰਨਗੇ। ਹਮੇਸ਼ਾ ਮਨੋਂ ਕਹਿੰਦੇ ਰਹਿਣਾ ਕਿ ਭਲਾ ਹੋਵੇ। ਸਾਡੇ ਕੋਲ ਜਿਹੜੀ ਅਰਦਾਸ ਹੈ ਨਾ, ਇਹ ਭਲੇ ਦੀ ਇਸ ਤੋਂ ਵੱਡੀ ਕੋਈ ਨਿਸ਼ਾਨੀ ਨਹੀਂ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਸਰਬਤ ਦਾ ਭਲਾ। ਅਸੀਂ ਤਾਂ ਸਭ ਦਾ ਹੀ ਭਲਾ ਮੰਨਦੇ ਹਾਂ। ਮੈਂ ਕਰਮ ਥਿਊਰੀ ਦੀ ਇੱਕ ਕਿਤਾਬ ਪੜ੍ਹ ਰਿਹਾ ਸੀ। ਕਰਮ ਥਿਊਰੀ ਵਿੱਚ ਵਿਦਵਾਨਾਂ ਨੇ ਇੱਕ ਗੱਲ ਲਿਖੀ ਵੀ ਕਈ ਵਾਰੀ ਕੀ ਹੁੰਦਾ ਕਿ ਸਾਡੀ ਜਿਹੜੀ ਹੈ ਗਲਤੀ ਕਈ ਵਾਰੀ ਮਨੁੱਖ ਦੀ ਮਨੁੱਖ ਨਾਲ ਨਹੀਂ। ਅਸੀਂ ਕਈ ਵਾਰੀ ਐਸੀ ਗਲਤੀਆਂ ਵੀ ਕਰਦੇ ਹਾਂ ਜੋ ਪਸ਼ੂਆਂ ਨੂੰ ਚੰਗੀਆਂ ਨਹੀਂ ਲੱਗਦੀਆਂ, ਜੋ ਬਨਸਪਤੀ ਨੂੰ ਚੰਗੀ ਨਹੀਂ ਲੱਗਦੀ, ਜੋ ਇਸ ਧਰਤੀ ਨੂੰ ਚੰਗੀ ਨਹੀਂ ਲੱਗਦੀ। ਅਤੇ ਗੁਰਮਤਿ ਦੀ ਸਾਰੀ ਫਿਲੋਸਫੀ ਇਹ ਹੈ ਕਿ ਸਿੱਖ ਨੇ ਹਮੇਸ਼ਾ ਸਭ ਦਾ ਭਲਾ ਮੰਨਣਾ ਹੈ, ਆਪਣੀ ਗਲਤੀ ਦਾ ਹਮੇਸ਼ਾ ਅਹਿਸਾਸ ਰੱਖਣਾ ਹੈ। ਸਗੋਂ ਕਰਮ ਫਿਲਾਸਫੀ ਕਹਿੰਦੀ ਹੈ
कि तू अपने अंदर ਨੂੰ ਝਾਤ ਮਾਰ ਕੇ ਵੇਖੇਗਾ ਨਾ, ਇੱਕ ਕੁੱਤਾ ਵੀ ਤੇਰੇ 'ਤੇ ਭੌਂਕ ਰਿਹਾ ਨਾ, ਤੇ ਅਹਿਸਾਸ ਕਰੀ ਪਹਿਲਾਂ ਕੋਈ ਨਾ ਕੋਈ ਮੇਰਾ ਲੇਖਾ ਜੋਖਾ ਇਸ ਦੇ ਨਾਲ ਰਿਹਾ ਹੋਣਾ, ਮੇਰੇ ਕੋਲੋਂ ਕੋਈ ਗਲਤੀ ਹੋਈ ਹੋਣੀ ਹੈ ਤਾਂ ਭੌਂਕ ਰਿਹਾ। ਤੂੰ ਇਹ ਮਨ 'ਚ ਕਹਿ ਦੇ ਵੀ ਮੇਰੀ ਜਿਹੜੀ ਗਲਤੀ ਸੀ ਉਹਨੂੰ ਮਾਫ਼ ਕਰ ਦੇ। ਜੇ ਭੌਂਕਣਾ ਨਾ ਹਟ ਜਾਏ ਤਾਂ ਕਰਮ ਫਿਲਾਸਫੀ ਇਹ ਕਹਿੰਦੀ, ਇਹ ਗਾਰੰਟੀ ਹੈ ਕਿ ਉਹ ਭੌਂਕਣਾ ਛੱਡ ਦੇਗਾ ਤੇਰੇ 'ਤੇ। ਇਹ ਕਰਮ ਫਿਲਾਸਫੀ ਹੈ, ਸਾਡੇ ਜਿਹੜੇ ਕਰਮਾਂ ਦੇ ਸੰਬੰਧ ਜੁੜੇ ਹੋਏ ਨੇ। ਬੜਾ ਕੁਛ ਦੁਨੀਆ ਦੇ ਵਿੱਚ ਲਿਖਿਆ ਸਾਨੂੰ ਮਿਲਦਾ। ਗੁਰੂ ਸਾਹਿਬ ਜੀ ਨੇ ਗੱਲ ਆਖੀ, ਗੁਰੂ ਅਮਰਦਾਸ ਮਹਾਰਾਜ ਨੇ, ਕਿ ਪਹਿਲੀ ਗੱਲ ਜੀਵਨ ਦੇ ਵਿੱਚ ਇਹ ਕਹਿਣਾ ਭੁੱਲ ਗਈ ਸਾਂ, ਦੂਜੀ ਗੱਲ ਭਲਾ ਹੋਵੇ, ਤੀਜੀ ਗੱਲ ਤੇਰੀ ਜ਼ਿੰਦਗੀ ਵਿੱਚ ਬਹੁਤ ਵੱਡਾ ਕੋਈ ਹਾਦਸਾ ਵਰਤ ਜਾਏ, ਕੋਈ ਅਨਹੋਣੀ ਹੋ ਜਾਏ। ਕੋਈ ਜੀਵਨ 'ਚ ਵੈਸੇ ਤਾਂ ਗੁਰਮਤਿ ਕਹਿੰਦੀ ਕਿ ਅਨਹੋਣੀ ਕੁਛ ਵੀ ਨਹੀਂ ਹੈ। ਭਾਵੇਂ ਕਈ ਵਾਰੀ ਅਸੀਂ ਕਹਿ ਦਿੰਦੇ ਹਾਂ ਵੀ ਇਹ ਤਾਂ ਅਨਹੋਣੀ ਹੋ ਗਈ, ਪਰ ਅਨਹੋਣੀ ਗੁਰਮਤਿ ਦੇ ਵਿੱਚ ਲਫ਼ਜ਼ ਅਨਹੋਣੀ ਨਹੀਂ। ਮਹਾਰਾਜ ਨੇ ਇਹ ਆਖਿਆ ਕਿ ਚਿੰਤਾ ਤਾਕੀ ਕੀਜੀਏ ਜੋ ਅਨਹੋਣੀ ਹੋਏ, ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ। ਜੋ ਵੀ ਕੁਛ ਹੋ ਰਿਹਾ ਅਨਹੋਣੀ ਕੁਛ ਨਹੀਂ, ਸਭ ਹੋਣੀ ਹੈ। ਕਿਤੇ ਨਾ ਕਿਤੇ ਸਾਡੇ ਨਾਲ ਜੁੜੀਆਂ ਹੋਈਆਂ ਚੀਜ਼ਾਂ, ਸਾਡੇ ਕਰਮਾਂ ਨਾਲ ਜੁੜੀਆਂ ਹੋਈਆਂ ਚੀਜ਼ਾਂ ਚੱਲਦੀਆਂ ਆ ਰਹੀਆਂ। ਮੈਂ ਇੱਕ ਹੋਰ ਤੁਹਾਨੂੰ ਬੇਨਤੀ ਕਰਾਂ, ਗੁਰੂ ਸਾਹਿਬ ਜੀ ਛੇਤੀ ਜੋਤੀ ਜੋਤ ਸਮਾ ਗਏ ਸਨ। ਗੁਰੂ ਰਾਮਦਾਸ ਮਹਾਰਾਜ, ਬੀਬੀ ਭਾਣੀ ਜੀ ਲੰਬੇ ਸਮੇਂ ਤੱਕ ਗੁਰੂ ਘਰ ਦੇ ਵਿੱਚ, ਤੁਹਾਨੂੰ ਪਤਾ ਹੋਵੇ ਇਤਿਹਾਸ ਦਾ, ਅਤੇ ਉਹਨਾਂ ਨੇ ਬਾਅਦ 'ਚ ਵੀ ਗੁਰੂ ਅਰਜਨ ਦੇਵ ਜੀ ਮਹਾਰਾਜ ਤੱਕ ਸੇਵਾ ਕੀਤੀ। ਗੁਰੂ ਸਾਹਿਬ ਦਾ ਇਹ ਸਾਰਾ ਦੇਖਣਾ ਤੁਸੀਂ ਇਤਿਹਾਸ ਦੇ ਪੱਖ ਜਦੋਂ ਆਪਾਂ ਵਾਚਦੇ ਨਾ, ਉਹਨਾਂ ਨੇ ਕਿਹਾ ਬੇਟਾ ਜੀਵਨ ਦੇ ਅੰਦਰ ਸਾਥੀ ਚਲਾ ਜਾਏ, ਜੀਵਨ ਦੇ ਵਿੱਚ ਕੋਈ ਦੁੱਖ ਵਰਤ ਜਾਏ, ਕੋਈ ਐਸੀ ਗੱਲ ਹੋਵੇ, ਅਤੇ ਉੱਥੇ ਇਹ ਨਹੀਂ ਕਹਿਣਾ ਰੱਬਾ ਤੂੰ ਕੀ ਕੀਤਾ, ਇਹ ਕਹਿਣਾ ਭਾਣਾ। ਕਿਉਂਕਿ ਗੁਰੂ ਰਾਮਦਾਸ ਮਹਾਰਾਜ ਜੀ ਪਹਿਲਾਂ ਚਲੇ ਗਏ ਸਨ, ਮਾਤਾ ਭਾਣੀ ਜੀ ਦੀ ਬਹੁਤ ਲੇਟ ਜਾ ਕੇ ਉਹ ਜੋਤੀ ਜੋਤ ਸਮਾਏ ਨੇ। ਅਤੇ ਇਹ ਨਹੀਂ ਕਹਿਣਾ ਜਿਹੜੀ ਗੱਲ ਗੁਰੂ ਰਾਮਦਾਸ ਮਹਾਰਾਜ ਨੇ ਆਪਣੇ ਬਚਨਾਂ ਵਿੱਚ ਸਿਖਾਈ ਸਾਨੂੰ, ਜਿਹੜਾ ਇਹ ਵਾਕ ਗੁਰੂ ਸਾਹਿਬ ਨੇ ਸਾਨੂੰ ਦੱਸਿਆ ਕਿ ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ ਹੂੰ ਤਿਸ ਪੈ ਆਪ ਵਿਚਾਈ, ਦਰਸ਼ਨ ਹਰ ਦੇਖਣ ਕੇ ਤਾਈ, ਕਿਰਪਾ ਕरें ਤਾਂ ਸਤਿਗੁਰ ਮੇਲੇ ਹਰ ਹਰ ਨਾਮ ਤਿਹਾਈ, ਜੇ ਸੁਖ ਦੇहें ਤਾਂ ਤੁਝੇ ਅਰਾਧੀ ਦੁੱਖ ਵੀ ਤੁਝੇ ਤਿਹਾਈ, ਜੇ ਭੁੱਖ ਦੇहें ਤਾਂ ਇਤ ਹੀ ਰਾਜਾ ਦੁੱਖ ਵਿੱਚ ਸੁਖ ਮਨਾਈ। ਇਹ ਮੇਰੇ ਗੁਰੂ ਬਾਬੇ ਦੇ ਬੋਲ ਨੇ। ਸਤਿਗੁਰ ਕਹਿੰਦੇ ਨੇ ਜੀਵਨ ਤੇਰਾ ਐਸਾ ਘੜਿਆ ਹੋਵੇ ਸਿੱਖਾ ਕਿ ਜਦੋਂ ਕਿ ਤੇਰੇ ਜੀਵਨ ਵਿੱਚ ਕੁਛ ਵੀ ਆਵੇ ਤੂੰ ਭਾਣੇ ਵਿੱਚ ਰਹੀਂ। ਤਿੰਨ ਗੱਲਾਂ ਲੈ ਕੇ ਦੋਵੇਂ ਜੀ, ਪਤੀ ਪਤਨੀ ਦਾ ਜੀਵਨ, ਪਤੀ ਅਤੇ ਪਤਨੀ ਦਾ ਜੀਵਨ, ਗ੍ਰਸਤ ਜੀਵਨ ਦੀ ਆਰੰਭਤਾ ਕਰਦੇ ਨੇ ਗੋਇੰਦਵਾਲ ਸਾਹਿਬ ਦੀ ਪਾਵਨ ਧਰਤੀ 'ਤੇ। ਦੋਨਾਂ 'ਚ ਇਤਨੀ ਹਲੇਮੀ ਹੈ, ਇਤਨਾ ਪਿਆਰ ਹੈ। ਤੁਸੀਂ ਕਿਤੇ ਰਿਸ਼ਤਿਆਂ ਦੇ ਬਾਰੇ ਪੜ੍ਹਨਾ, ਔਰ ਖ਼ਾਸ ਕਰਕੇ ਗੁਰੂ ਰਾਮਦਾਸ ਮਹਾਰਾਜ ਨੇ ਜੋ ਰਿਸ਼ਤੇ ਨਿਭਾਏ, ਉਹਨਾਂ ਵਿੱਚੋਂ ਪਤੀ ਪਤਨੀ ਦਾ ਜੋ ਕਿਰਦਾਰ, ਉਹਨਾਂ ਦੀ ਜ਼ਿੰਦਗੀ ਵਿੱਚ ਐਸਾ ਕਿਰਦਾਰ ਲੱਭਣਾ ਬੜਾ ਔਖਾ ਹੈ ਕਿ ਦੋਨੇ ਜੀਵਾਂ 'ਚ ਇਤਨੀ ਨਿਮਰਤਾ ਹੋਵੇ, ਇਤਨੇ ਡਾਊਨ ਟੂ ਅਰਥ ਹੋਣ, ਇਤਨਾ ਮਿਲਾਪੜਾ ਦੋਨਾਂ ਦਾ ਸੁਭਾਅ ਹੋਵੇ ਕਿ ਜਿਹੜਾ ਨਾਲ ਵੀ ਕਿਤੇ ਮਿਲ ਵਰਤਣ ਤੇ ਉਹਨਾਂ ਦੇ ਹੀ ਬਣ ਕੇ ਰਹਿ ਜਾਂਦੇ ਸਨ ਲੋਕ। ਦੋਨਾਂ ਨੇ ਸੇਵਾ ਆਰੰਭ ਕੀਤੀ। ਸਵੇਰੇ ਅੰਮ੍ਰਿਤ ਵੇਲੇ ਬੀਬੀ ਭਾਣੀ ਜੀ ਵੀ ਉੱਠਦੇ ਨੇ, ਗੁਰੂ ਰਾਮਦਾਸ ਮਹਾਰਾਜ ਭਾਈ ਜੇਠਾ ਜੀ ਵੀ ਉੱਠਦੇ ਨੇ, ਔਰ ਸਵੇਰੇ ਉੱਠ ਕੇ ਪਹਿਲਾਂ ਗੁਰੂ ਪਿਤਾ ਗੁਰੂ ਅਮਰਦਾਸ ਜੀ ਨੂੰ ਇਸ਼ਨਾਨ ਕਰਾਉਂਦੇ ਹਨ। ਭਾਵੇਂ ਇਤਿਹਾਸ ਦੇ ਕਈ ਪੱਖ ਐਸੇ ਨੇ ਜਿਹੜੇ ਮੈਂ ਤੁਹਾਡੇ ਨਾਲ ਸਾਂਝੇ ਨਹੀਂ ਕਰ ਸਕਦਾ, ਕਿਉਂਕਿ ਉਹਨਾਂ ਨੂੰ ਮੈਂ ਪੜ੍ਹਿਆ। ਗੁਰਮਤਿ ਵਿਚਾਰਧਾਰਾ ਉਸ ਨਾਲ ਸਹਿਮਤ ਨਹੀਂ ਹੈ। ਭਾਵੇਂ ਸੰਤੋਖ ਸਿੰਘ ਜੀ ਚੂੜਾਮਣੀ ਹੋਣਾ ਨੇ ਲਿਖਿਆ ਕਿ ਇੱਕ ਦਿਨ ਬੀਬੀ ਭਾਣੀ ਜੀ ਸਵੇਰੇ ਪਿਤਾ ਨੂੰ ਇਸ਼ਨਾਨ ਕਰਾ ਰਹੇ ਸਨ, ਅਤੇ ਕਹਿੰਦੇ ਚੌਕੀ ਦਾ ਪਾਵਾ ਟੁੱਟ ਗਿਆ, ਆਪਣਾ ਪੈਰ ਦੇ ਦਿੱਤਾ। ਕਿੱਲ ਕਹਿੰਦੇ ਪੈਰ 'ਚ ਖੁੱਭ ਗਈ ਅਤੇ ਖੂਨ ਵਗਣ ਲੱਗ ਪਿਆ। ਬੀਬੀ ਭਾਣੀ ਜੀ ਨੇ ਆਪਣਾ ਪੈਰ ਨਹੀਂ ਹਿਲਾਇਆ, ਇਸ਼ਨਾਨ ਕਰਾ ਕੇ ਗੁਰੂ ਪਿਤਾ ਨੂੰ ਤਾਂ ਜਾ ਕੇ ਕਿਤੇ ਕਹਿੰਦੇ ਗੁਰੂ ਪਿਤਾ ਨੇ ਜਦੋਂ ਦੇਖਿਆ ਵੀ ਇਹ ਖੂਨ ਕਿਵੇਂ, ਤੇ ਪਤਾ ਲੱਗਿਆ ਵੀ ਮੇਰੀ ਪੁੱਤਰੀ ਨੇ, ਕਹਿੰਦੇ ਨੇ ਆਪਣਾ ਪੈਰ ਦਿੱਤਾ ਪੀੜੀ ਥੱਲੇ। ਮਹਾਰਾਜ ਨੇ ਆਖਿਆ ਤੇਰੀ ਸੇਵਾ ਤੋਂ ਖੁਸ਼ ਹੋਇਆ, ਦੱਸ ਕੀ ਮੰਗੀ। ਕਿਉਂਕਿ ਇਹ ਇਤਿਹਾਸ ਦੀਆਂ ਗੱਲਾਂ ਨੇ, ਕਿਉਂਕਿ ਇਤਿਹਾਸ ਦੇ ਬਹੁਤ ਸਾਰੇ ਪੱਖ ਨੇ। ਹੋ ਸਕਦਾ ਤੁਸੀਂ ਪੜ੍ਹੇ ਹੋਣ, ਸੁਣੇ ਹੋਣ, ਨਾ ਸੁਣੇ ਹੋਣ, ਪਰ ਮੈਂ ਇਤਿਹਾਸ ਦੇ ਉਹੀ ਪੱਖ ਸੰਗਤ ਨਾਲ ਸਾਂਝੇ ਕਰਦਾ ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਕਸਵੱਟੀ 'ਤੇ ਪੂਰੇ ਉਤਰਦੇ ਆ, ਜਿਹੜੇ ਮਹਾਰਾਜ ਦੀ ਬਾਣੀ ਦੇ ਮੁਤਾਬਿਕ ਨੇ। ਉਸ ਵੇਲੇ ਕਹਿੰਦੇ ਹੱਟ ਕੀਤਾ,
जो कि गुरबाणी कहती है, मन हट किनै न पाया, सब थके कर्म कमाए। गुरु अमरदास जी का अपना फैसला है वडहंस राग की वार के अंदर। मन हट गुरमत विच नहीं है भी मैं नंगे पैरी गुरुद्वारे आना, शाल दे अंदर मैं कपड़े नहीं पाने, मैं ये नहीं करना, मैं इदा करना। गुरमत विच कोई हट नहीं भी मैं बिल्कुल बर्फ वर्गे पानी नाल लाना, इस तरह का कोई गुरमत विच हट नहीं। असी बहुत सारे हट कर पैंदे जीवन च। गुरमत इन्हां चीज़ों नूं बिल्कुल भी आग्ञा नहीं देंदी, याद रखियो। तो उत्थे ये लिखिया मिलता है इतिहास दे विच कि दोनों की सेवा करते करते जो ये घटना वापरी तो एक गल आखी बीबी भानी जी ने, कहते जो गुरु पिता जे टुठे हो तो मेरे पति नूं गद्दी दिओ तो ये गद्दी मेरे कुलची दवे। इतिहास लिखा होया, जिवें मैं सुना रहा जिउंदा त्यों लिखा होया नहीं। पर एक गल तो गुरमत कहती है कि मन हट नहीं है। दूजी गल, जिसनों मोहनी तो भानी नाम दिता गया, नाम मोहनी सी, मैं कल भी जिक्र किया सी, नाम बचपन का मोहनी है बीबी भानी जी का, पर वो भाने च रहिंदे सन इस करके ते भाना ना होया। दूजी गल भी गुरु गद्दी जिहड़ी है वो गुरु साहब जी ने लायकता नूं वेख के दित्ती भी गुरु नानक की गद्दी दे लायक भी है कि नहीं, ना कि इस कोई परिवारवाद है या कोई इस हट है। खैर उन्होंने सेवा की, सेवा करके गुरु पिता नूं अत दा प्रसन्न किया। भाई जेठा जी शब्द की कमाई करते हैं, गुरमत की कमाई करते हैं, रोज़ बाणी पढ़ के बाणी नूं अपने जीवन का आधार बनाया। अज खेड वरती गोविंदवाल साहब के लोगों ने शिकायत की अकबर के दरबार विच भी ये घर इदां दा है जिथे कि इक्को पंगत विच बैठा के लंगर छकाया जाता है। साडी जिहड़ी परंपरा नूं सट बजदी है, असी सूदर नूं दुरकारदे हां ते सब नूं प्यार करते हैं। ये शिकायत की गई अकबर के दरबार विच। ये सारिਆਂ नूं गलवकड़ी च लैंदे ने, सारिਆਂ नूं प्यार करते हैं ते आप आके सफाई दिओ। अकबर ने सुनेहा भेज दिता गुरु दरबार दे विच। उस वेले तक अकबर बादशाह गुरु दरबार विच नहीं सी आया। तो याद रखियो गुरु अमरदास महाराज ने कहते जो पोथी है थोड़े अंदर बाणी लिखी हुई है, वो बाणी भी लैके इत्थे आओ अकबर के दरबार विच लाहौर। आप ना जाके गुरु अमरदास महाराज ने भाई जेठा जी नूं सत्कार सहित भेजा भी तुसी गुरबाणी के आसे अनुसार उन्होंने जवाब देना। पोथी लैके गुरु ग्रंथ साहब जी की जो बाणी सुरबात के अंदर पोथी साफ करके असी कहते हैं, जिस दे विच गुरु नानक पातशाह की बाणी दर्ज सी, गुरु अंगद देव जी महाराज की बाणी दर्ज सी, गुरु अमरदास महाराज की बाणी दर्ज सी, भगतां की बाणी उस दे विच उस वेले दर्ज सी। अमृतसर साहब पहुँच गए। एक तो गुरु रामदास महाराज के कोल इतना प्रभाव सी, उन्होंने दाड़ा इतना लमेरा सी कि एक बारी कोई देख लैंदा सी ते उन्होंने दाड़े नूं वेख के मोहित हो जाता सी। सको बाबा श्री चंद ने एक दिन आख्या सी जदों वो गुरु बने सन भी ऐसा दाड़ा केस वधायो, भी इतना लंबा दाड़ा क्यों वधाया? कहते सतपुरखां दे चरण चाड़न दे। बाबा श्री चंद पानी पानी हो गया, कहने लगा यही कारण सी, इस कारण कर लुटियो हमारा। यही कारण रहा भी गद्दी सानू मिलती तो भाई लैणा जी लै गए। गद्दी भाई लैणा जी के पुत्रां नूं मिलती, दातू ते दासू नूं गद्दी गुरु अमरदास जी लै गए। गद्दी गुरु अमरदास जी के पुत्रां नूं मिलती, मोहन ते मौरी नूं, पर गद्दी भाई जेठा जी लै गए। यही कारण सी क्योंकि तुहाडे अंदर निमरता बड़ी है। ये निमरता करके ही तुसी गुरगद्दी के वारिस बने। गुरु रामदास महाराज भाई जेठा जी पोथी लैके लाहौर पहुँचते हैं। इतिहास के विच ये जिहड़ी चर्चा है बड़ी लंबी चौड़ी लिखी हुई है। जे मैं उस पूरी चर्चा नूं उस तरह ही बयान करा ना तो आपां नूं कई दीवान चाहिए इस चर्चा नूं बयान करने वास्ते, पर मैं छेती उस गल नूं नेड़े रखां कि गुरु साहब जी नूं पुछया गया कि इस पोथी विच तुसी जिहड़ी विचारधारा है वो इस्लाम के कहते खिलाफ भी है, क्योंकि उन्होंने भड़काया तो ऐसे भी इस्लाम के खिलाफ गल्लां लिखियां गई, मोहम्मद साहब के खिलाफ गल्लां लिखियां हुई।
ਸਾਡਾ ਤਾਂ ਖਿਲਾਫਤ ਕੀਤੀ ਹੈ, ਅਕਬਰ ਬਾਦਸ਼ਾਹ ਨੂੰ ਕਿਹਾ ਤੁਹਾਡੀ ਵੀ ਖਿਲਾਫਤ ਕੀਤੀ ਗਈ ਹੈ। ਬਾਣੀ ਪੜ੍ਹਨ ਨੂੰ ਆਖਿਆ ਗਿਆ ਤੇ ਬਾਣੀ ਦੇ ਵਿੱਚ ਜੋ ਇਤਿਹਾਸਕਾਰਾਂ ਨੇ ਹਵਾਲੇ ਦਿੱਤੇ ਨੇ, ਸ਼ਬਦ ਪੜ੍ਹਿਆ ਤਿਲੰਗ ਮਹਿਲਾ ਪਹਿਲਾ, ਯਖ ਅਰਜ ਗੁਪਤਮ ਪੇਸ਼ ਤੋਂ ਦਰਕੋਸ਼ ਕੁਨ ਕਰਤਾਰ ਹੱਕਾ ਕਬੀਰ ਕਰੀਬ ਤੂੰ ਬੇਐਬ ਪਰਵਤਦਿਗਾਰ। ਇਹ ਸਾਰਾ ਸ਼ਬਦ ਫਾਰਸੀ ਦਾ ਗੁਰੂ ਨਾਨਕ ਪਾਤਸ਼ਾਹ ਦਾ ਉਚਾਰਨ ਕੀਤਾ ਹੈ। ਆਖਣ ਲੱਗੇ ਜਿਹੜੇ ਜਾਤ ਅਭਿਮਾਨੀ ਉੱਥੇ ਸਨ, ਉਹ ਆਖਣ ਲੱਗੇ ਇਹਨਾਂ ਨੇ ਪਹਿਲਾਂ ਹੀ ਕੱਢਿਆ ਹੋਇਆ ਸੀ ਸ਼ਬਦ, ਕਿਸੇ ਹੋਰ ਥਾਵਾਂ 'ਤੇ ਪੜ੍ਹਾ ਕੇ ਵੇਖੋ, ਇਹ ਤਾਂ ਇਸਲਾਮ ਦੀ ਬੜੀ ਤੋਹਿਨ ਕੀਤੀ ਗਈ ਹੈ। ਅਤੇ ਅਗਲਾ ਸ਼ਬਦ ਆਇਆ ਸੀ, ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ। ਲੋਗਾ ਭਰਮ ਨਾ ਭੁੱਲੋ ਭਾਈ, ਖਾਲਕ ਖਲਕ ਖਲਕ ਮੈਂ ਖਾਲਕ ਪੂਰ ਰਹੋ ਸਰਬ ਠਾਈ। ਮਾਟੀ ਏਕ ਅਨੇਕ ਭਾਂਤ ਕਰ, ਸਾਜੀ ਸਾਜਨ ਹਾਰ ਹੈ, ਨਾ ਕਛ ਪੋਚ ਮਾਟੀ ਕੇ ਭਾਂਡੇ, ਨਾ ਕਛ ਪੋਚ ਕੁਮਾਰ ਹੈ। ਆਖਣ ਲੱਗੇ ਇਹ ਵੀ ਜਾਣ ਪੁੱਛ ਕੇ ਕੱਢਿਆ ਸ਼ਬਦ ਹੋਰ ਥਾਵਾਂ 'ਤੇ। ਫਿਰ ਕਹਿੰਦੇ ਸ਼ਬਦ ਆਇਆ ਪੰਜ ਨਿਵਾਜਾ ਪੰਜ ਵਕਤ, ਪੰਜੇ ਪੰਜਾ ਨਾਉ, ਪਹਿਲਾ ਸੱਚ ਹਲਾਲ ਦੋਏ, ਤੀਜੀ ਖੈਰ ਖੁਦਾਏ, ਚੌਥੀ ਨੀਅਤ ਰਾਸਮਨ, ਪੰਜਵੀਂ ਸਿਫਤ ਸਮਾਏ, ਕਰਨੀ ਕਲਮਾ ਆਖ ਕੇ ਤਾਂ ਮੁਸਲਮਾਨ ਸਦਾਏ। ਕਹਿੰਦੇ ਅਕਬਰ ਬਾਦਸ਼ਾਹ ਪਾਣੀ ਪਾਣੀ ਹੋ ਗਏ, ਇਹਦੇ ਤਾਂ ਕਿਤੇ ਵੀ ਇਸਲਾਮ ਦੀ ਤੋਹਿਨ ਨਹੀਂ, ਸਗੋਂ ਇਹਦੇ ਤਾਂ ਅੱਲਾਹ ਤਾਲਾ ਦੀ ਵਡਿਆਈ ਲਿਖੀ ਹੋਈ ਹੈ। ਬੜਾ ਪ੍ਰਸੰਨ ਹੋਇਆ, ਕਹਿੰਦੇ ਮੈਂ ਗੁਰੂ ਘਰ ਦਰਸ਼ਨਾਂ ਲਈ ਆਵਾਂਗਾ। ਗੁਰੂ ਮਹਾਰਾਜ ਨੇ ਰਾਮਦਾਸ ਪਿਤਾ ਜੀ ਨੇ ਭਾਈ ਜੇਠਾ ਜੀ ਦੇ ਰੂਪ ਦੇ ਵਿੱਚ ਚੰਗੀ ਤਸੱਲੀ ਕਰਾਈ ਅਕਬਰ ਬਾਦਸ਼ਾਹ ਦੀ ਗੁਰੂ ਘਰ ਦੇ ਦੋਖੀਆਂ ਦੀ, ਕਿਉਂਕਿ ਗੁਰਬਾਣੀ ਮਨੁੱਖੀ ਜੀਵਨ ਦੀ ਜਿੰਦ ਜਾਨ ਹੈ। ਇਹ ਤਾਂ ਇਨਸਾਨੀਅਤ ਸਿਖਾਉਂਦੀ ਹੈ। ਇਨਸਾਨੀਅਤ ਦਾ ਧਰਮ ਹੀ ਗੁਰਬਾਣੀ 'ਚ ਦਰਜ ਹੈ ਕਿ ਇਨਸਾਨ ਕਿੱਦਾਂ ਦਾ ਹੋਵੇ, ਬੰਦਾ ਕਿੱਦਾਂ ਦਾ ਹੋਵੇ। ਕਈ ਤਾਂ ਜਾਣਦੇ ਅਸੀਂ ਬੰਦੇ ਹਾਂ, ਪਰ ਗੁਰੂ ਸਾਹਿਬ ਕਹਿੰਦੇ ਬੰਦਿਆਂ ਵਾਲੇ ਕੰਮ ਹੀ ਨਹੀਂ ਕਰਦੇ ਸੀ। ਇੱਥੇ ਤਾਂ ਆਖਿਆ ਕਿ ਬੰਦਾ ਉਹ ਹੈ ਜਿਹੜਾ ਬੰਦਗੀ ਨੂੰ ਕਬੂਲ ਕਰਦਾ ਹੈ। ਬੰਦੇ ਬੰਦਗੀ ਇਖਤਿਆਰ, ਸਾਹਿਬ ਰੋਸ ਧਰੋਂ ਕੇ ਪਿਆਰ, ਨਾਮ ਤੇਰਾ ਆਧਾਰ ਮੇਰਾ, ਜੋ ਫੂਲ ਜਈ ਹੈ ਨਾਰ, ਕਹਿ ਕਬੀਰ ਗੁਲਾਮ ਕਰ ਕਾ ਜੀਆਏ ਭਾਵੇਂ ਮਾਰ। ਉੱਥੋਂ ਚੰਗੀ ਜੈ ਜੈਕਾਰ ਗੁਰੂ ਘਰ ਦੀ ਲਾਹੌਰ ਦਰਬਾਰ ਵਿੱਚ ਆਈ। ਭਾਈ ਜੇਠਾ ਜੀ ਵਾਪਸ ਗੋਬਿੰਦਵਾਲ ਸਾਹਿਬ ਗੁਰੂ ਸਾਹਿਬ ਦੀ ਸੇਵਾ 'ਚ ਆ ਗਏ। ਆ ਕੇ ਵੀ ਬੜੀ ਨਿਮਰਤਾ ਦੇ ਵਿੱਚ ਵਿਚਰੇ। ਸਾਰੀਆਂ ਗੱਲਾਂ ਅਮਰਦਾਸ ਮਹਾਰਾਜ ਕੋਲ ਪਹੁੰਚੀਆਂ ਕਿ ਤੁਹਾਡੇ ਸਿੱਖ ਭਾਈ ਜੇਠੇ ਨੇ ਬੜੀ ਤਸੱਲੀ ਕਰਾਈ ਹੈ ਅਕਬਰ ਬਾਦਸ਼ਾਹ ਦੀ, ਨਾਲ ਵਿਆਖਿਆ ਵੀ ਕੀਤੀ। ਸੋਹਣੀ ਵਿਆਖਿਆ ਕਰਦੇ ਸਨ ਗੁਰੂ ਰਾਮਦਾਸ ਮਹਾਰਾਜ, ਵਿਆਖਿਆ ਵੀ ਕੀਤੀ ਹੈ ਅਤੇ ਨਾਲੇ ਚੰਗੀ ਤਸੱਲੀ ਕਰਾਈ ਹੈ। ਉਸ ਤੋਂ ਬਾਅਦ ਗੁਰੂ ਪਿਤਾ ਮਹਾਰਾਜ ਸੇਵਾ ਕਰਦੇ ਰਹੇ, ਸਿੱਖੀ ਦਾ ਪ੍ਰਚਾਰ ਕਰਦੇ ਰਹੇ। ਸਿੱਖੀ ਦੇ ਪ੍ਰਚਾਰ ਕਰਦੇ ਕਰਦੇ 1574 ਦਾ ਵਕਤ ਆਇਆ ਜਦੋਂ ਗੁਰੂ ਅਮਰਦਾਸ ਮਹਾਰਾਜ ਜੀ ਨੇ ਜੋਤੀ ਜੋਤ ਸਮਾਣਾ ਹੈ। ਉਸ ਤੋਂ ਪਹਿਲਾਂ ਐਸੇ ਸਿੱਖ ਨੂੰ ਗੱਦੀ ਦੇਣੀ ਹੈ ਜਿਹੜਾ ਸਿੱਖ ਗੁਰੂ ਨਾਨਕ ਦੀ ਵਿਚਾਰਧਾਰਾ 'ਤੇ ਪੂਰਾ ਉਤਰਦਾ ਹੋਵੇ, ਜਿਹੜਾ ਗੁਰਮਤਿ ਦਾ ਧਾਰਨੀ ਹੋਵੇ। ਗੁਰੂ ਸਾਹਿਬ ਜੀ ਨੇ ਆਪਣੀ ਦੂਰ ਦ੍ਰਿਸ਼ਟੀ ਨਾਲ, ਮੈਂ ਇਹ ਵੀ ਬੇਨਤੀ ਕਰਾਂ, ਸਮਾਂ ਸਮਾਂ ਸਿਰ ਗੁਰੂ ਪਿਤਾ ਮਹਾਰਾਜ ਆਪਣੇ ਪੁੱਤਰਾਂ ਨੂੰ ਵੀ ਪਰਖਦੇ ਰਹੇ ਵੀ ਬਾਬਾ ਮੋਹਨ ਕਿਸ ਪਾਸੇ ਜਾ ਰਿਹਾ ਹੈ, ਬਾਬਾ ਮੋਹਰੀ ਜੀ ਦਾ ਦਿਲ ਦਿਮਾਗ ਕਿੱਥੇ ਚੱਲ ਰਿਹਾ ਹੈ। ਕਿਉਂਕਿ ਇਹ ਕੁਦਰਤੀ ਹੁੰਦਾ ਹੈ ਕਿ ਜਦੋਂ ਕਈ ਵਾਰੀ ਨਾ ਪਿਤਾ ਨੂੰ ਕੋਈ ਪਦ ਪਦਵੀ ਵੱਡੀ ਮਿਲ ਜਾਏ ਨਾ, ਪੁੱਤਰ ਸਮਝਣ ਲੱਗ ਪੈਂਦੇ ਹੁਣ ਸਾਡਾ ਇਸ ਪਦਵੀ 'ਤੇ ਹੱਕ ਹੈ। ਪਰ ਗੁਰੂ ਨਾਨਕ ਪਾਤਸ਼ਾਹ ਦੀ ਗੱਦੀ ਐਸੀ ਸੀ ਜਿੱਥੇ ਕਿਸੇ ਦਾ ਹੱਕ ਪਿਤਾ ਦਾ ਪੁੱਤਰ ਹੋਣ ਕਰਕੇ ਨਹੀਂ, ਸਗੋਂ ਇਹ ਹੱਕ ਉਸ ਨੂੰ ਮਿਲਿਆ ਜਿਸ ਨੇ ਉਸ ਸਿੱਖੀ ਨੂੰ, ਉਸ ਵਿਚਾਰਧਾਰਾ ਨੂੰ ਕਮਾਇਆ। ਇੱਕ ਦਿਨ ਭਾਈ ਰਾਮਾ ਜੀ ਜੋ ਬੀਬੀ ਦਾਨੀ ਦੇ ਪਤੀ ਸਨ ਅਤੇ ਭਾਈ ਜੇਠਾ ਜੀ ਬੀਬੀ ਭਾਨੀ ਦੇ ਪਤੀ ਸਨ। ਸੇਵਾ ਤਾਂ ਦੋਵੇਂ ਹੀ ਕਰਦੇ ਸਨ। ਬੀਬੀ ਦਾਨੀ ਵੀ ਬੜੀ ਸੇਵਾ ਕਰਦੀ ਸੀ, ਭਾਈ ਰਾਮਾ ਜੀ ਵੀ ਬੜੀ ਸੇਵਾ ਕਰਦੇ ਸੀ, ਭਾਈ ਜੇਠਾ ਜੀ ਅਤੇ ਬੀਬੀ ਭਾਨੀ ਜੀ ਵੀ ਬੜੀ ਸੇਵਾ ਕਰਦੇ ਸਨ। ਪਰ ਦੇਖਣਾ ਚਾਹੁੰਦੇ ਸਨ ਕਿ ਸੇਵਾ ਕਰਕੇ ਜੀਵਨ 'ਚ ਨਿਮਰਤਾ ਆਈ ਹੈ ਕਿ ਨਹੀਂ। ਅਜੇ ਅੰਦਰ ਕੋਰਾਪਨ ਤੇ ਨਹੀਂ। ਮੈਂ ਇੱਕ ਬੇਨਤੀ ਕਰਾਂ, ਸਿੱਖੀ ਦਾ ਮਾਰਗ ਇਹੋ ਜਿਹਾ ਹੈ, ਇੱਥੇ ਉਹੀ
सच्चा सिख हो सकता है जिहड़ा कि सब कुछ झलना सीख जाए, रबी रजा नूं चंगी तरह कबूल करना सीख जाए, समझे कि ये सब रब ही कर रहा है। जो भी कुछ वरतारा वरत रहा है, सिख नूं जिस दिन नज़र आन लग पवे कि ये रब कर रहा है, जिवें रामदास महाराज के वचन ने कि जदों ये जीवन किरदार बन जाए कि हर जन राम नाम गुण गावै, जे कोई निंद करे हर जन की अपना गुण न गवावै, जो किछ करे सो आपे स्वामी हर आपे कार कमावै, हर आपे ही मत देवै स्वामी हर आपे बोल बुलावै। ये गुरु रामदास महाराज के बैराड़ी राग का शब्द है। जो किछ करे सो आपे स्वामी, सब कुछ रब करदा नज़र आन लग पवे, समझ लो सिੱਖੀ ਵਿੱਚ ਅਸੀਂ पूरे हो गए। पर है बड़ा औखा काम। गुरु साहब जी का तरीका सिख की परख करन दा अपना सी। महाराज ने दोनों ही जमाइयां नूं सद के गल आखी, बच्चों मेरी इच्छा है कि एक बैठन जोगा सोना थड़ा बनाओ जिसते मैं बैठ सकां। समझाया इस तरह का थड़ा होना चाहिए है। गुरु साहब जी ने सवेरे दोनों सद के आख्या, पहले दिन तो दोवां ने बड़े चार नाल थड़ा बनाया भी गुरु पिता जी का हुक्म है। गुरु साहब जी तो देख रहे सन कि थड़ा बना रहे ने, शाम नूं आए घूमते फिरते महाराज टहलते हुए तो आके देखा जिथे थड़े बना रहे सन भाई रामा जी बड़े सन, उन्होंने आख्या थड़ा थोड़ा ठीक नहीं बनया, इसनूं ढा दिओ। ठीक है गुरु पिता जी ढा दिता। भाई जेठा जी ने भी आख्या थड़ा ठीक नहीं बनया, ढा दिओ, ढा दिता। ये इतिहास लिखा कि 3-4 दिन यही प्रक्रिया चलती रही। पहले दिन तो भाई रामा ने कुछ नहीं कहा, दूजे दिन फिर थड़े नूं कह दिता महाराज थड़े बनाओ। शाम नूं फिर जदों उत्थे फेरी पाण वास्ते गए आख्या भाई रामा जी थड़ा ठीक नहीं बनया। महाराज मैं तो जिवें तुसीं आख्या बिल्कुल ठीक बनाया है, इतना सोहना थड़ा बन गया, तुसीं कहंदे ठीक नहीं बनया। दूजे पासे भाई जेठा जी नूं आख्या पुरखा थड़ा ठीक नहीं बनया। महाराज तुसीं तां ठीक दस के जांदे हो, मैं अल्पग हाँ, मेरी मत घट है, मैं ठीक नहीं बना पाता, तुसीं कृपा करो मैं ठीक बना सकां। दोनों तो फिर ढवा दिता। भाई रामा नहीं सी चाहुंदा ढाना। तीजे दिन फिर कहंदे यही कुछ होया। सामी रामा जी ने भाई रामा जी ने कहा महाराज ये बिल्कुल वधिया थड़ा बनया है, किसी बंदे नूं सद के दिखाओ जे कोई गलती कर सके, कोई कमी नहीं इस दे विच। मारक के ढा दे। मारक ने मैं नहीं ढाना। भाई रामा ने गल नूं मन्निया नहीं। भाई जेठा जी नूं कहंदे कहा भी थड़ा ठीक नहीं बनया, साडे जोग नहीं, ढा दे। मां ने आख्या ठीक है, सत बचन भाई जेठा जी ने आख्या। ढाण लगे रोक लिया, आखन लगे जेठिया थड़े ये मिट्टी दे नहीं, मैं तो इस मिट्टी दे पुतले दे अंदर थड़ा वेखना चाहुंदा सी भी थोड़े अंदर निमरता दा, हलेमी दा, सहज दा, निमानता दा, गरीबी दा। क्योंकि गुरमत दे विच गरीबी गधा हमारी आखी, गरीबी का अर्थ होंदा निमरता। मैं तो अंदर दा थड़ा वेखना चाहुंदा सी कि थोड़े अंदर दा जीवन कितना को घड़िया गया, कितना को तुसी सबर कर सकते हो, कितना को संतोख कर सकते हो। ये गुरु नानक पातशाह का घर है। ये वो सबर करके थड़े तैयार होए सन हिरदे विच, तां करके कदी लाहौर दे तत्ती तवी ते बैठना पिया, कदी चांदनी चौक दे विच सीस देना पिया। ये उन्होंने दिते जिन्हों ने ये सबर संतोख के पाठ नूं पढ़िया, जिन्हों ने जीवन च एक सिੱਖੀ नूं कमाया। 95 साल की उम्र हुई 1574 दे विच गुरु साहब जी ने यह परख करके भाई जेठा जी नूं स्नान कराया। स्नान करा के कहंदे गुरु गद्दी बख्शी, गद्दी बख्शी, तखत ते बिठा दिता, आप थले बैठ गए। रामकली सद जिहड़ी बाणी है उस वेले की उच्चारण की हुई है, साडे कोल जो हवाले ने।
भाई सुंदर जी कहते ने कि रामदास तिलक दियो, गुरु रामदास जी ने तिलक दिता। गुरु शब्द सच निशान, जो गुरु शब्द की निशानी दी, तो नाल सब तो पहला कहते गुरु अमरदास महाराज ने आप खुद मत्था टेकिया। उस तो बाद मोहरी पुत्र सन्मुख हुआ, रामदास पैरी पाए जियो। महाराज ने सारा किया भाई बाबा मोहन नूं ते बाबा मोहरी नूं। मोहन ने तो मत्था नहीं टेकिया, पर बाबा मोहरी जी ने गुरु साहब जी का वचन मन के अपने जीजा जी नूं, रिश्ते जीजा जी लगते सन, पर उस वेले गुरु गद्दी ते विराजमान सन। गुरु नानक पातशाह की जोत चौथे जामे च हुण प्रवृत्त हो चुकी सी। आप नारायण कलातार जग में परवरियो दे सतगुरु गुरु अमरदास महाराज के प्रति ये भाग लिखे ने। उन्होंने कृपा करके गद्दी अज गुरु रामदास महाराज नूं बख्शिश की, भाई जेठा तो रामदास बना के प्रगट कर दिता। जो गुरगद्दी मिली ना, अज अंदर बड़ा बैराग आ गया। सारी संगत बैठी है, गुरु रामदास महाराज गद्दी ते बैठे ने, गुरु अमरदास महाराज भी थले बैठे हुए ने। हुण महाराज ने कहा भी संगत लोचदी है, मुखार बिंदो कुछ बोलो, संगत नूं वचन सुनाओ, संगत नूं उपदेश दिओ। इतिहासकार लिखते हैं कि जदों आख्या गुरु पिता जी गुरु अमरदास जी ने हुण तुसीं गुरु नानक गद्दी दे मालक हो, संगत चाहुंदी है कि तुसीं कोई उपदेश संगत नूं दृढ़ कराओ। सारी संगत की इच्छा है। तो उत्थे जिहड़ा इह शब्द इतिहास च लिखिया है कि गुरु साहब जी ने इस शब्द उचारण किया सी, जो हमरी विद होती मेरे सतगुरा साबिद तुम हर जानो आपे, हम रुलते फिरते कोई बात ना पूछता, गुर सतगुर संग कीरे हम थापे। अखां च नीर वगी जांदा है। ते ये बाणी बड़ी बैराग विच आके सतगुर ने उचारण की। महाराज जे साडी विद होंदी, जे मैं अपने वल देखा तो कहते ने पता नहीं लाहौर दीयां गलियां च फिरना सी, पता नहीं कित्थे होना सी, पता नहीं की हाल होना सी। साडी उस विद नूं वो की हुंदे सी ते तुसीं जाणदे हो। जो हमरी विद होती मेरे सतगुरा साबिद तुम हर जानू आपे। ये तो तुसीं जानदे हो कि साडा की ढंग होना सी, की हाल होना सी, किस हाल च होना सी अज असीं। क्योंकि कहा नहीं जा सकता ना जीवन का किहड़ा पक्ष किस पासे चला जाए। मैं तो कई बार बेनती करना, जे तुसीं संगत च आउंदे हो, गुरु के गुण गाउंदे प्यार वाले हो, तो अंदर एहसास जरूर रखा करो सतगुर तेरा बड़ा तरस है। तेरा कीता जातो नाही मैनू जोग कितोई, मैं निर्गुण यारे को गुण नाही आपे तरस पे हो। तैनू तरस आ गया साडे उत्ते। मैं बेनती करा, जो समा इस वेले सानू मिलिया होया है, इस तो कीमती समा जिंदगी दास कुछ नहीं समझता कि जो सारिया चिंतावां झोरे नेड़े कुछ ना होण, केवल मेरे गुरु की गल होवे, गुरु की याद च बैठे होइए, गुरु की सिव सलाह विच। महाराज जी कहते साडी हालत नूं तां तुसीं जाणदे असीं किदां किस हाल च होना सी। ये तो तुसीं एड्डी वड्डी वडियाई बख्शिश कर दित्ती। तुसीं रोज़ बोलदे हो, तुध आगे अरदास हमारी, जियो पिंड सब तेरा, कहो नानक सब तेरी वडियाई, कोई नाव ना जाने मेरा। ये तो तेरी वडियाई है। कबीर साहब ने ताई आख्या, कबीर मेरा मुझ में किस नहीं, जो किस है सो तेरा, तेरा तुझको सोभते क्या लागे मेरा। गद्दी ते बैठ के ये वचन आखे कि हम रुलते फिरते कोई बात ना पूछता, अपने पिछोकड़ नूं याद रखिया। अज भावें बैठा सोढ़ी पातशाह रामदास सतगुरु कहवा हो गया। अज गद्दी ते बैठे हुए ने महाराज, मत्थे आके संगत टेक दी है, गुरु साहब नूं सिजदा कर दी है, भेटावां अर्पण कर दी है संगत। पर उस गल नूं याद रखिया कि हम रुलते फिरते कोई बात ना पूछता, गुर सतगुर संग कीरे हम थापे। मैं एक बेनती करा, जे इतिहास सुनना
ਚਾਹੁੰਦੇ ਹੋ, ਸੁਣਨ ਆਏ ਹੋ, ਤੇ ਆਪਣੇ ਪਿਛੋਕੜ ਨੂੰ ਕਦੀ ਨਾ ਭੁੱਲਿਆ ਕਰੀਏ। ਜਦੋਂ ਵੀ ਕੋਈ ਜੀਵਨ 'ਚ ਲੱਗੇ ਨਾ ਕਿ ਮਨ ਹੰਕਾਰ ਵਾਲੇ ਪਾਸੇ ਨੂੰ ਜਾ ਰਿਹਾ, ਆਪਣੇ ਪਿਛਲਾ ਸਮਾਂ ਯਾਦ ਕਰ ਲਿਆ ਕਰੋ। ਜਦੋਂ ਵੀ ਕਿਤੇ ਲੱਗਾ ਨਾ ਕੁਝ ਜੀਵਨ 'ਚ ਇੱਦਾਂ ਵੀ ਹਾਂ ਹੁਣ ਇਹ ਮਨ ਕਿਸੇ ਹੋਰ ਪਾਸੇ ਜਾ ਰਿਹਾ। ਮੈਂ ਇੱਕ ਗਾਥਾ ਪੜ੍ਹ ਰਿਹਾ ਸੀ ਬੜੀ ਪਿਆਰੀ, ਉਹ ਕਹਿ ਕੇ ਅਗਲੇ ਵਚਨ ਤੁਹਾਡੇ ਨਾਲ ਸਾਂਝੇ ਕਰਨੇ। ਇੱਕ ਰਾਜਾ ਸੀ, ਉਸ ਰਾਜੇ ਕੋਲ ਇੱਕ ਬੰਦਾ ਜਾ ਕੇ, ਬੜਾ ਗਰੀਬ ਸੀ, ਮਾਤਾ ਪਿਤਾ ਸਿਰ 'ਤੇ ਨਹੀਂ ਸਨ, ਨੌਕਰੀ ਕਰਨ ਲੱਗਾ। ਰਾਜੇ ਨੇ ਕਿਹਾ ਵੀ ਮੇਰੇ ਦਰਬਾਰ 'ਚ ਕੰਮ ਕੋਈ ਨਹੀਂ। ਕਹਿੰਦੇ ਜੀ ਕੋਈ ਛੋਟਾ ਮੋਟਾ ਕੰਮ ਦੇ ਦਿਓ ਅਤੇ ਮੈਂ ਬਸ ਮੇਰੇ 2 ਵਕਤ ਦੀ ਰੋਟੀ ਮਿਲ ਜਾਏ, ਮੈਨੂੰ ਹੋਰ ਕੁਛ ਨਹੀਂ ਚਾਹੀਦਾ, ਕੱਪੜਾ ਪਾਉਣ ਨੂੰ। ਕਹਿੰਦੇ ਕੋਈ ਨਹੀਂ, ਮੈਂ ਤੁਹਾਡੇ ਘੋੜਿਆਂ ਦੀ ਨਾ ਘਾਹ ਪੁੱਟ ਕੇ ਲਿਆਇਆ ਕਰਾਂਗਾ, ਇਹ ਸੇਵਾ ਦੇ ਦਿਓ, ਛੋਟੀ ਮੋਟੀ ਕੋਈ ਸੇਵਾ ਇੱਕ ਵਾਰੀ ਬਖਸ਼ ਦਿਓ ਬਸ। ਰਾਜੇ ਨੇ ਉਸਨੂੰ ਘਾਹ ਪੁੱਟ ਕੇ ਲਿਆਉਣ ਦੀ ਸੇਵਾ ਦੇ ਦਿੱਤੀ। ਉਹ ਕੀ ਕਰਦਾ ਸੀ ਕਿ ਘਾਹ ਜੰਗਲ 'ਚ ਜਾਣਾ, ਪੰਡ ਤਿਆਰ ਕਰਕੇ ਘੋੜਿਆਂ ਨੂੰ ਪਾ ਦੇਣੀ, ਉਹਨਾਂ ਦੀ ਸੇਵਾ ਕਰਨ ਲੱਗ ਪਿਆ। ਬੜੀ ਨਿਮਰਤਾ ਵਿੱਚ ਰਹਿੰਦਾ ਸੀ, ਰਾਜੇ ਦਾ ਹਰ ਇੱਕ ਹੁਕਮ ਮੰਨਦਾ ਸੀ। ਇੱਕ ਦਿਨ ਸਮਾਂ ਆਇਆ, ਰਾਜੇ ਦੇ ਘਰ ਕੋਈ ਸੰਤਾਨ ਨਹੀਂ ਸੀ ਔਰ ਇਸ ਨੂੰ ਆਪਣੀ ਰਾਜ ਗੱਦੀ ਦੇ ਦਿੱਤੀ। ਸਾਰੇ ਐਲਕਾਰ ਹੈਰਾਨ, ਸਾਰੇ ਰਾਜੇ ਦੇ ਵਜ਼ੀਰ ਹੈਰਾਨ ਵੀ ਇਹ ਤਾਂ ਇੱਕ ਛੋਟਾ ਜਿਹਾ ਨੌਕਰ ਤੇ ਇਸ ਨੂੰ ਗੱਦੀ 'ਤੇ ਬਿਠਾ ਦਿੱਤਾ। ਯਾਦ ਰੱਖਿਓ, ਗੱਦੀ 'ਤੇ ਬੈਠ ਗਿਆ, ਰਾਜ ਪ੍ਰਬੰਧ ਉਸਦੇ ਹੱਥ ਵਿੱਚ ਆ ਗਿਆ। ਰਾਜਾ ਬਜ਼ੁਰਗ ਹੋ ਗਿਆ ਸੀ, ਅਜੇ ਜਿਉਂਦਾ ਸੀ, ਇਹ ਰਾਜ ਕਰਨ ਲੱਗ ਪਿਆ। ਪਰ ਇਸ ਦਾ ਰਾਜ ਕਰਨ ਦਾ ਅਸੂਲ ਬੜਾ ਪਿਆਰਾ ਸੀ। ਜਿਸ ਕਮਰੇ ਵਿੱਚ ਪਹਿਲਾਂ ਰਹਿੰਦਾ ਸੀ, ਇਹ ਰਾਜਾ ਬਣਨ ਤੋਂ ਪਹਿਲਾਂ ਨੌਕਰ ਬਣ ਕੇ ਰਹਿੰਦਾ ਸੀ। ਸਵੇਰੇ ਉੱਠਣਾ, ਸਭ ਤੋਂ ਪਹਿਲਾਂ ਉਸ ਕਮਰੇ 'ਚ ਜਾਣਾ, ਉੱਥੇ ਜਾ ਕੇ ਰੋਜ਼ ਆਪਣੇ ਹੱਥੀਂ ਤਾਲਾ ਖੋਲ੍ਹਣਾ, ਕੁਝ ਸਮਾਂ ਅੰਦਰ ਬੈਠਣਾ ਅਤੇ ਤਾਲਾ ਆਪਣੇ ਹੱਥੀਂ ਬੰਦ ਕਰਨਾ, ਫਿਰ ਰਾਜਗੱਦੀ 'ਤੇ ਆ ਕੇ ਬਹਿੰਦਾ ਸੀ। ਐਲਕਾਰਾਂ ਨੇ, ਵਜ਼ੀਰਾਂ ਨੇ ਸ਼ਿਕਾਇਤ ਕਰ ਦਿੱਤੀ ਰਾਜੇ ਨੂੰ, ਜੋ ਵੱਡਾ ਰਾਜਾ ਸੀ। ਕਹਿੰਦੇ ਕਿੱਦਾਂ ਦਾ ਰਾਜਾ ਬਣਾਇਆ, ਉਹ ਤਾਂ ਐਲਕਾਰਾਂ ਦੇ ਉੱਤੇ, ਵਜ਼ੀਰਾਂ ਦੇ ਉੱਤੇ ਕੋਈ ਭਰੋਸਾ ਨਹੀਂ ਕਰਦਾ, ਆਪਣੇ ਹੱਥੀਂ ਤਾਲਾ ਖੋਲ੍ਹਦਾ। ਅਸੀਂ ਕਿਸ ਵਾਸਤੇ ਹਾਂ, ਇਤਨੇ ਨੌਕਰ ਚਾਕਰ ਨੇ, ਹੁਣ ਉਹ ਰਾਜਾ ਹੈ, ਅਸੀਂ ਸੇਵਾ ਕਰਾਂਗੇ, ਕੁਝ ਤਾਂ ਉੱਥੇ ਲੁਕਾਇਆ ਹੈ। ਐਸੀ ਕਿਹੜੀ ਚੀਜ਼ ਹੈ ਜੋ ਭਰੋਸਾ ਨਹੀਂ ਕਿਸੇ ਦੇ ਉੱਤੇ ਵੀ। ਆਪ ਜਾਂਦਾ, ਤਾਲਾ ਖੋਲ੍ਹਦਾ, ਫਿਰ ਆਪ ਜੋ ਤਾਲਾ ਮਾਰ ਕੇ ਆ ਜਾਂਦਾ। ਅਤੇ ਰਾਜੇ ਨੇ ਉਸ ਨੂੰ ਸੱਦਿਆ, ਕਹਿੰਦੇ ਹੁਣ ਰਾਜ ਗੱਦੀ ਮਿਲ ਗਈ, ਹੁਣ ਤਾਂ ਨੌਕਰ ਚਾਕਰ ਨੇ ਤੇਰੇ ਸਾਰੇ, ਇਹ ਤੇਰਾ ਸਾਰਾ ਕੰਮ ਕਰਨਗੇ, ਤੂੰ ਆਪ ਕਿਉਂ ਜਿੰਦਰਾ ਖੋਲ੍ਹਣਾ। ਕਹਿੰਦਾ ਰਾਜਨ ਮੇਰੇ ਨਾਲ ਆਵੋ, ਮੇਰੇ ਨਾਲ ਚਲੋ, ਮੈਂ ਕੁਛ ਲੁਕਾ ਕੇ ਨਹੀਂ ਰੱਖਿਆ। ਉੱਥੇ ਗਏ, ਤੜਾਗੀ ਸੀ ਜਿਹਦੇ ਵਿੱਚ ਪੰਡ ਬਣ ਕੇ ਲਿਆਂਦੇ ਸਨ, ਇੱਕ ਖੁਰਪੀ ਪਈ ਸੀ। ਕਹਿੰਦੇ ਆ ਕੇ ਹੱਥ ਲਗਾਉਣਾ ਔਰ ਯਾਦ ਕਰਨਾ ਮੇਰੀ ਔਕਾਤ ਤਾਂ ਇਹ ਸੀ, ਮੇਰੀ ਸਿਰਫ ਇਤਨੀ ਔਕਾਤ ਸੀ। ਅੱਜ ਮੈਂ ਰਾਜ ਗੱਦੀ 'ਤੇ ਬਹਿ ਗਿਆ, ਮੇਰੇ ਕੋਲ ਕਿਤੇ ਕੋਈ ਐਸਾ ਕੰਮ ਨਾ ਹੋਵੇ, ਰਾਜ ਗੱਦੀ ਦੇ ਮਾਣ ਵਿੱਚ ਕੋਈ ਹੰਕਾਰ ਨਾ ਆ ਜਾਏ, ਮੈਂ ਸਭ ਦਾ ਸਤਿਕਾਰ ਕਰਾਂ, ਸਭ ਨੂੰ ਪਿਆਰ ਕਰਾਂ, ਮੈਂ ਆਪਣੀ ਗਰੀਬੀ ਲੁਕਾ ਕੇ ਰੱਖੀ ਹੋਈ। ਇੱਕ ਵਾਰ ਉਚਾਰਨ ਕਰੋ ਸਤਨਾਮ। ਰਾਜ ਗੱਦੀ 'ਤੇ ਬੈਠਣ ਤੋਂ ਪਹਿਲਾਂ ਮੈਂ ਆਪਣਾ ਪਿਛੋਕੜ ਯਾਦ ਕਰ ਲੈਂਦਾ। ਗੁਰੂ ਰਾਮਦਾਸ ਮਹਾਰਾਜ ਨੇ ਇਹ ਕਰਕੇ ਦਿਖਾਇਆ ਜੀਵਨ ਦੇ ਅੰਦਰ। ਕਹਿੰਦੇ ਮੇਰੀ ਹਾਲਤ ਤਾਂ ਇਹ ਸੀ, ਤੁਸੀਂ ਇਹ ਕਿਰਪਾ ਕਰਕੇ ਰਾਜ ਗੱਦੀ 'ਤੇ ਬੈਠਾ ਦਿੱਤਾ। ਗੁਰੂ ਗੱਦੀ 'ਤੇ ਬੈਠੇ, ਗੋਇੰਦਵਾਲ ਸਾਹਿਬ ਛੱਡ ਕੇ ਗੁਰੂ ਅਮਰਦਾਸ ਮਹਾਰਾਜ ਜੀ ਜੋਤੀ ਜੋਤ ਸਮਾਏ। ਇਤਿਹਾਸ 'ਚ ਲਿਖਿਆ ਹੋਇਆ ਉਸ ਦਿਨਾਂ ਕਹਿੰਦੇ ਬੜੀ ਹਾਲਤ ਦੇਖਣ ਵਾਲੀ ਸੀ, ਭੁੱਬਾ ਮਾਰ ਕੇ ਰੋਏ। ਗੁਰਮਤਿ ਵਿੱਚ ਵੈਸੇ ਰੋਣਾ ਮਨਾ ਹੈ, ਪਰ ਉਸ ਨਾਲ ਰੋਏ। ਪੁੱਛਿਆ ਕਿ ਤੁਸੀਂ ਗੁਰੂ ਨਾਨਕ ਪਾਤਸ਼ਾਹ ਦੀ ਗੱਦੀ 'ਤੇ ਬਹਿ ਕੇ, ਕਹਿੰਦੇ ਹਾਂ ਅੱਜ ਬੈਰਾਗ ਆ ਗਿਆ। 2 ਸਾਲਾਂ ਦਾ ਸੀ, ਮਾਂ ਦਾ ਸਾਇਆ ਉੱਠਿਆ ਸੀ। 7 ਸਾਲਾਂ ਦਾ ਸੀ, ਪਿਤਾ ਛੱਡ ਕੇ ਚਲਾ ਗਿਆ ਸੀ। 12 ਸਾਲਾਂ ਦਾ ਹੋਇਆ, ਨਾਨੀ ਦਾ ਸਾਇਆ ਉੱਠ ਗਿਆ ਸੀ। ਪਤਾ ਨਹੀਂ ਸੀ ਉਸ ਵੇਲੇ ਕਿ ਮਾਂ ਬਾਪ ਦਾ ਜਾਣ ਦਾ ਦਰਦ ਕੀ ਹੁੰਦਾ। ਅੱਜ ਮੈਨੂੰ ਅਹਿਸਾਸ ਹੋਇਆ ਕਿ ਅੱਜ ਸੱਚੀ ਮੁੱਚੀ ਮੇਰਾ ਪਿਓ, ਮੇਰੀ ਮਾਂ ਇਸ ਜਾਨ ਤੋਂ ਰੁਖਸਤ ਹੋ ਗਈ। ਇਸ ਕਰਕੇ ਮੇਰੇ ਅੰਦਰ ਇਹ ਬੈਰਾਗ ਆਇਆ। ਉੱਥੋਂ ਫਿਰ ਗੁਰੂ ਪਿਤਾ ਜੀ ਦੇ ਹੁਕਮਾਂ ਅਨੁਸਾਰ ਅੰਮ੍ਰਿਤਸਰ ਸਾਹਿਬ ਗੁਰੂ ਕਾ ਚੱਕ ਵਸਾਇਆ ਔਰ ਉਸ ਨਗਰ ਦੇ ਵਿੱਚ 52 ਕਿਰਤਾਂ, ਉੱਥੇ ਰਹਿ ਕੇ ਹੀ ਸਰੋਵਰ ਦੀ ਪੁਟਾਈ, ਜੋ ਅੰਮ੍ਰਿਤਸਰ ਸਰੋਵਰ ਹੈ ਗੁਰੂ ਸਾਹਿਬ ਜੀ ਨੇ, ਔਰ ਉੱਥੇ ਰਹਿ ਕੇ 52 ਕਿਰਤਾਂ ਨੂੰ ਗੁਰੂ ਸਾਹਿਬ ਨੇ ਆਰੰਭ ਕਰਾਇਆ। ਦੂਜੇ ਪਾਸੇ
ਬਾਣੀ ਦਾ ਜਿਹੜਾ ਭੰਡਾਰਾ ਹੈ 19 ਰਾਗਾਂ ਵਿੱਚ ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਸੀ। ਹੋਰ ਨਵੇਂ 11 ਰਾਗ ਉਚਾਰਨ ਕਰਕੇ 30 ਰਾਗਾਂ ਵਿੱਚ ਆਪ ਜੀਆਂ ਨੇ ਬਾਣੀ ਉਚਾਰਨ ਕੀਤੀ। ਗੁਰੂ ਰਾਮਦਾਸ ਮਹਾਰਾਜ ਦੀ ਹਰ ਇੱਕ ਰਾਗ ਦੇ ਵਿੱਚ ਬਾਣੀ ਹੈ। ਇੱਕ ਵੀ ਰਾਗ ਜੈਜਾਵੰਤੀ ਨੂੰ ਛੱਡ ਕੇ ਬਾਕੀ ਦੇ ਜਿਹੜੇ 30 ਰਾਗ ਨੇ ਹਰ ਰਾਗ ਦੇ ਵਿੱਚ ਬਾਣੀ ਹੈ ਸਤਿਗੁਰਾਂ ਦੀ। ਗੁਰੂ ਨਾਨਕ ਪਾਤਸ਼ਾਹ ਦੀ 19 ਰਾਗਾਂ 'ਚ ਬਾਣੀ ਹੈ। ਗੁਰੂ ਅਮਰਦਾਸ ਮਹਾਰਾਜ ਦੀ 17 ਰਾਗਾਂ 'ਚ ਬਾਣੀ ਹੈ। ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਕੇਵਲ 63 ਸ਼ਲੋਕ ਨੇ। ਔਰ ਗੁਰੂ ਰਾਮਦਾਸ ਮਹਾਰਾਜ ਦੀ ਹਰ ਇੱਕ ਰਾਗ ਦੇ ਵਿੱਚ ਬਾਣੀ ਹੈ। ਸ਼ੁਰੂ ਦੇ ਰਾਗ ਤੋਂ ਲੈ ਕੇ ਸ੍ਰੀ ਰਾਗ ਤੋਂ ਲੈ ਕੇ ਪ੍ਰਭਾਤੀ ਰਾਗ ਤੱਕ ਹਰ ਰਾਗ ਦੇ ਵਿੱਚ ਬਾਣੀ ਹੈ। ਔਰ ਉਹਨਾਂ ਦੀ ਬਾਣੀ, ਲੋਕ ਕਹਿੰਦੇ ਸਨ ਸਕੂਲ ਨਹੀਂ ਕਿਹਾ, ਉਹਨਾਂ ਦੀ ਬਾਣੀ ਵੀ ਘੋੜੀ ਕੀ ਵਾਰ ਆਮ ਬੰਦੇ ਕੋਲੋਂ ਪੜ੍ਹੀ ਨਹੀਂ ਜਾਂਦੀ। 8-12 ਉਚਾਰਨ ਕੀਤੀਆਂ ਮੇਰੇ ਸਤਿਗੁਰ ਨੇ। ਕਿਤਨੀਆਂ 12? 8-12 ਗੁਰੂ ਗ੍ਰੰਥ ਸਾਹਿਬ 'ਚ ਦਰਜ ਨੇ। ਲਾਵਾਂ ਵਰਗੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ। ਔਰ ਗੁਰੂ ਸਾਹਿਬ ਜੀ ਨੇ ਇੱਕ ਤੱਤ ਸਾਰ ਸਾਡੇ ਜੀਵਨ 'ਚ ਰੱਖਿਆ ਗੁਰੂ ਰਾਮਦਾਸ ਮਹਾਰਾਜ ਨੇ ਕਿ ਜਦੋਂ ਵੀ ਗੁਰੂ ਦੇ ਦਰ 'ਤੇ ਆਓ, ਗੁਰੂ ਅੱਗੇ ਸਿਜਦਾ ਕਰੋ। ਜੇ ਸਿੱਖੀ ਕਮਾਉਣੀ ਹੈ ਤਾਂ ਇਹ ਬਚਨ ਕਮਾ ਲੈਣਾ ਕਿ ਅਬ ਹਮ ਚਲੀ ਠਾकुर पै हार, जब हम शरण प्रभु की आई, राख प्रभु भावें मार। लोकन की चतराई उपमा ते वैसंतर जार, कोई भला कहो भावें बुरा कहो, हम तन दियो है ढार। सिक्खी कमानी है तो ये बचन सानू कमाने पैणगे। सिक्खी कमानी है तो हर जन राम नाम गुण गावे, जे कोई निंद करे हर जन की अपना गुण ना गवावे। जो किस करे सो आपे स्वामी, हर आपे कार कमावे, हर आपे ही मत देवे स्वामी, हर आपे बोल बुलावे। हर आपे पंच तत्व विस्तारा विच धातु पंच आप पावे, जन नानक सतगुर मेले आपे, हर आपे झगर चुकावे। गुरु कृपा करे कि उन्होंने सिक्खी दे बेअंत असूल हर एक राग दे विच दर्ज कीते ने। कितों भी उन्हां दी बाणी पढ़ लो। गुरमत सिद्धांत, निमरता, हलेमी, सहज, परोपकार, अपना पिछोकड़ याद करन दे बचन बार बार उन्होंने दृढ़ कराए। और उन्होंने ये वचन सिख संगत नूं दृढ़ कराए कि अब हम चली ठाकुर पै हार दी। जिथे गल की उत्थे अपने औगणां दी भी गिनती करके हम अंधले अंध विखै विखराते क्यों चालना, गुर चाली सतगुर दया करे सुखदाता, हम लावे आपन पाली। गुरसिख मीत चलो गुर चाली, जो गुर कहे सोई पल मानो, हर हर कथा निराली। जा मेरे हीरे रतन नाम हर बसया, गुर हाथ धरियो मेरे माथा, जन्म जन्म के कलविख दुख उतरे, गुर नाम दियो रिन लाथा। मेरे मन जप राम नाम सब अर्था, गुर पूरै हर नाम दृढ़ाया, बिन नामै जीवन बिरथा। बिन गुर मूड, बिन गुर मूड पहे हैं मन, मुक्ते माया मोह फाता। तिन साधु चरण न सेवे कहूँ, तिन उन्हों का सारा जन्म मर करने ने अकाथा हो गया जिन्होंने गुरु के चरण नहीं सेवे। पर जिन्होंने गुरु के चरण सेव ले उन्हों का सारा जन्म सफला हो गया। इस करके उन्होंने दासां दे दास होने की प्रेरणा की है। और अपनी अज्ञानता दे उस सबजैक्ट नूं साडे सामने रखा कि हम अंधले ज्ञानहीन अज्ञानी, क्यों चालने मार्ग पंथा, हम अंधले को गुर अंचल दीजै, जन नानक चले मिलंथा। सतगुरु अपना पल्ला फड़ा दे, तेरा पल्ला फड़ के चल सकीए। गुरु साहब जी 1581 के अंदर अमृतसर साहब की धरती ते गुरु अर्जन देव जी महाराज नूं लैके गोविंदवाल साहब की धरती ते आके गुरु गद्दी की सौंपना करते हैं। अपने पुत्रां नूं भी अपने टंग नाल परखते हैं। और गुरु गद्दी गुरु अर्जन देव जी महाराज नूं दे के पिरथी चंद ने ऐतराज किया, समझाया भी कि काहे पूत झगड़त हो संग बाप, जिनके जने वडीरे तुम हो 300 झगड़त पाप। मैं तो बेनती करांगा ये गुरु रामदास जी की पंक्ति हर एक घर दे विच जड़ी होनी चाहिए, अर्थ लिखे होने चाहिए। जदों तुहाडा बच्चा घर च पैदा होवे, संतान घर च आवे, वो देखे पढ़े की लिखा होया, असी समझा सकीए भी ये गल लिखी है कि अपने माता पिता का अदब करना है, सत्कार करना। पिरथी चंद ने जदों गद्दी दे दी फिर भी आख्या मेरा हक सी। आखन लगे गद्दी मैं नहीं दी, ये तो नाने गुरु गुरु अमरदास ने कह दिता सी, दोहेता बाणी का बोहेता। मैं गद्दी नहीं दी, गद्दी तो गुरु अमरदास महाराज ही दे गए सन। मैं तो सिर्फ
सिर्फ रस्म की है, गद्दी तो गुरु साहब ही दे के गए सन। और इस तरह गद्दी सौंप के आप जी जाके गोंदवाल साहब की धरती पर ज्योति जोत समा गए। इस ही गुरु रामदास महाराज के जीवन का सफ़र। सो आप संगतां का जो हुक्म होया उस सिर मत्थे ते प्रवान करते हैं। जितनी कोई विचार दास नूं आउंदी है वो तुहाडे नाल सांझी कीती है। गुरु साहब होर कृपा करन, अरदास करो कि वधेरे इतिहास ते गुरमत विचारधारा नूं महाराज दास नूं बख्शण, ताकि तुहानूं समा समा सिर दृढ़ कराते रहिए अते गुरु महाराज दीआं खुशियां, महाराज दीआं रहमतां प्राप्त करते रहिए। अनंत भुल्लां दी खिमा, फतेह दी सांझ करो प्यार नाल। आखो जी वाहिगुरू जी का खालसा, वाहिगुरू जी की फतेह।